जो जियों जाने तिस अंतर रवे हर नामा बाणी गुरु गुरु है बाणी विच बाणी अमृत सारे गुर बाणी कहे सेवक जन मानै पर तख गुरु निस्तारै बाणी बिरलो विचार सी जे को गुरमुख होए एह बाणी महापुरख की निज घर वासा होए एक ओंकार सतगुर प्रसाद श्री राग महला पहला पहरे कर पहला पहले पहरे रहन के वन जारिया मित्रा हुक्म पया गरबास उरद तप अंतर करे वन जारिया मित्रा खसम सिति अरदास खसम सिति अरदास वखान उरद ध्यान लिव लागा ना मरजाद आया कल पीतर बोहड़ जासी नांगा जैसी कलम वोड़ी है मस्तक तैसी जियड़े पास कहो नानक प्राणी पहले पहरे हुक्म पया गरबास जैसी कलम वोड़ी है मस्तक तैसी जियड़े पास कहो नानक प्राणी पहले पहरे हुक्म पया गरबास। वाहिगुरु जी का खालसा वाहिगुरु जी की फतेह। इस पावन शब्द दी विचार सिंह साहिब
ਗਿਆਨੀ ਜਸਵੰਤ ਸਿੰਘ ਜੀ ਪਰਵਾਨਾ ਆਪ ਜੀ ਨੂੰ ਸਰਵਣ ਕਰਵਾਉਣਗੇ। ਇਸ ਸ਼ਬਦ ਦੇ 4 ਬੰਦ ਹਨ। ਪਹਿਲੇ ਬੰਦ ਦੀ ਵਿਚਾਰ ਅੱਜ ਸੰਪੂਰਨ ਹੋਵੇਗੀ। ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸਤਿਗੁਰਾਂ ਦੀ ਹੀ ਬਾਣੀ ਦਾ ਸ਼ਬਦ ਸ਼੍ਰੀ ਰਾਗ ਵਿੱਚੋਂ ਆਪ ਸੰਗਤ ਦੇ ਨਾਲ ਇਸ ਦੀ ਵਿਚਾਰ ਸਾਂਝੀ ਕਰਨ ਵਾਸਤੇ ਚੁਣਿਆ ਗਿਆ ਹੈ ਔਰ ਇਹ ਸੇਵਾ ਸਿੰਘ ਸਾਹਿਬ ਜੀ ਨੂੰ ਦਿੱਤੀ ਹੈ ਕਿ ਸੇਵਾ ਆਪ ਜੀ ਨਿਭਾਓ। ਅੱਜ 1984 ਦੇ ਜੋ ਸਿੰਘ ਸਿੰਘਣੀਆਂ ਸ਼ਹੀਦ ਹੋਏ ਨੇ, ਜੋ ਸਾਡਾ ਸਿੱਖ ਕਤਲੇਆਮ, ਸਾਡੀ ਸਿੱਖ ਨਸਲ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਹਿੰਦੁਸਤਾਨ ਦੇ ਗਲੀਆਂ ਬਾਜ਼ਾਰਾਂ ਦੇ ਵਿੱਚ, ਘਰਾਂ ਦੇ ਵਿੱਚ ਤੇਲ ਪਾ ਕੇ, ਟਾਇਰ ਪਾ ਕੇ, ਭਜਾ ਕੇ ਸਿੱਖਾਂ ਨੂੰ ਮਾਰਿਆ ਗਿਆ। ਔਰ ਇਹ ਉਹੀ ਮੁਲਕ ਹੈ ਜਿਸ ਮੁਲਕ ਨੂੰ ਬਚਾਉਣ ਵਾਸਤੇ ਸਤਿਗੁਰਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ, ਆਪਣੇ ਸਾਹਿਬਜ਼ਾਦੇ ਨੀਹਾਂ ਵਿੱਚ ਨਵਾਏ। ਅੱਜ ਉਸ ਤੋਂ ਵੀ ਮਾੜਾ ਕਰਮ ਕਿ ਹਿੰਦੁਸਤਾਨ ਦੇ ਵਿੱਚ ਸਿੱਖਾਂ ਦੀ ਇਸ ਦੇਸ਼ ਪ੍ਰਸਤੀ ਨੂੰ, ਦੇਸ਼ ਭਗਤੀ ਨੂੰ ਦਰਕਿਨਾਰ ਕਰਕੇ ਵੱਖਰੇ ਰਾਸ਼ਟਰੀ ਸਿੱਖ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿੱਖ ਭਾਈ ਗੁਰੂ ਦਾ ਹੁੰਦਾ ਹੈ ਤੇ ਗੁਰੂ ਤੋਂ ਵੱਡਾ ਕੋਈ ਰਾਸ਼ਟਰਵਾਦੀ ਨਹੀਂ ਹੁੰਦਾ। ਸਤਿਗੁਰੂ ਨੇ ਆਪਣੇ ਧਰਮ, ਆਪਣੇ ਦੇਸ਼ ਵਾਸਤੇ ਕੁਰਬਾਨੀਆਂ ਕੀਤੀਆਂ ਨੇ, ਪਰ ਮਾਨਵਤਾ, ਮਨੁੱਖਤਾ ਦੇ ਕਲਿਆਣ ਹਿੱਤ ਸਰਬ ਸਾਂਝੀ, ਸਰਬਦੇਸ਼ੀ, ਸਰਬਕਾਲੀ ਸਤਿਗੁਰੂ ਨੇ ਸਾਨੂੰ ਬਾਣੀ ਤੇ ਸਿਧਾਂਤ ਬਖਸ਼ਿਆ। ਇਹੋ ਹੀ ਕਾਰਨ ਸਿੱਖ ਜਿੱਥੇ ਵੀ ਜਾ ਕੇ ਰਹੇ, ਉੱਥੋਂ ਦਾ ਰਾਸ਼ਟਰ ਵੀ ਉਸ ਨੂੰ ਓਨਾ ਹੀ ਪਿਆਰਾ ਹੁੰਦਾ ਹੈ। ਜਿੱਥੇ ਜਾਏ ਬਈਏ, ਭਲਾ ਕਹੀਏ, ਚੋਲ ਅੰਮ੍ਰਿਤ ਪੀਜੈ। ਸੋ ਅੱਜ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣੇ ਨੇ। 1 ਤਰੀਕ ਸਵੇਰੇ 9 ਵਜੇ ਪਾਠ ਦੇ ਭੋਗ ਪੈਣਗੇ। ਉਪਰੰਤ 10 ਵਜੇ ਇਸੇ ਪਾਵਨ ਦਰਬਾਰ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਅਰਦਾਸ ਸਮਾਗਮ ਹੋਵੇਗਾ। ਸੋ ਆਪਣਾ ਕੌਮੀ ਧਰਮ ਸਮਝ ਕੇ, ਫਰਜ਼ ਸਮਝ ਕੇ ਆਪ ਜੀ ਇਸ ਸਮੇਂ ਇੱਥੇ ਹਾਜ਼ਰੀਆਂ ਭਰੋ। ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ 4 ਤਰੀਕ ਨੂੰ ਹੈ। 3 ਤਰੀਕ ਨੂੰ ਨਗਰ ਕੀਰਤਨ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਤੇਰੀ ਸ਼ਰਨ ਮੇਰੇ ਦੀਨ ਦਇਆਲ, ਸੁਖ ਸਾਗਰ ਮੇਰੇ ਗੁਰ ਗੋਪਾਲ, ਕਰ ਕਿਰਪਾ ਨਾਨਕ ਗੁਣ ਗਾਵੇ। ਰੱਖੋ ਸ਼ਰਮ ਸਾੜੀ ਜੀਓ, ਸਤਿਗੁਰੂ ਪਾਤਸ਼ਾਹ ਦੀ ਸਾਜੀ ਸਾਰੀ ਸਤਸੰਗਤ ਜੀਓ। ਅਦਬ ਸਤਿਕਾਰ ਸਹਿਤ ਫਤਿਹ ਗਜਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਬਾਲਾ ਪ੍ਰੀਤਮ ਧੰਨ 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 ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਉਹਨਾਂ ਦੇ ਚਰਨ ਛੋਹ ਇਹ ਪਾਵਨ ਸਥਾਨ, ਦਿਨ ਰਾਤ ਜਿੱਥੇ ਰਹਿਮਤ ਦੀ ਬਰਸਾਤ ਹੁੰਦੀ ਹੈ, ਬਰਕਤਾਂ ਵੰਡੀਆਂ ਜਾਂਦੀਆਂ ਹਨ, ਝੋਲੀਆਂ ਭਰੀਆਂ ਜਾਂਦੀਆਂ ਹਨ, ਉਸ ਪਾਵਨ ਸਥਾਨ ਤੇ ਆ ਕੇ ਹਾਜ਼ਰ ਹੋਏ ਹੋ। ਮੂਲ ਪਾਠ ਸ਼ਬਦ ਦਾ ਆਪ ਜੀ ਨੇ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਉਹਨਾਂ ਪਾਸੋਂ ਸਰਵਣ ਕੀਤਾ ਹੈ। ਇਹ ਸ਼ਬਦ ਦੀ ਚੋਣ ਇਸ ਲਈ ਕੀਤੀ ਗਈ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 4 ਤਰੀਕ ਨੂੰ ਹੈ। ਉਹਨਾਂ ਦੇ ਜੋ ਸਿਧਾਂਤ ਹਨ ਜੀਵਨ ਜਿਉਣ ਦੇ, ਜਿਨ੍ਹਾਂ ਨੂੰ ਗੁਰਮਤਿ ਕਹਿੰਦੇ ਹਾਂ, ਉਹਨਾਂ ਸਿਧਾਂਤਾਂ ਨੂੰ ਇਹ ਸ਼ਬਦ ਸਾਡੇ ਸਾਹਮਣੇ ਬੜੇ ਸੁਖੈਨ ਜਿਹੇ ਸ਼ਬਦਾਂ ਵਿੱਚ ਰੱਖਦਾ ਹੈ। ਕੁਛ ਆਰੰਭਕ ਬੇਨਤੀਆਂ ਮੈਂ ਆਪ ਜੀ ਦੇ ਚਰਨਾਂ ਵਿੱਚ ਕਰਦੇ ਹਾਂ। ਸਤਿਗੁਰਾਂ ਨੇ ਜਦੋਂ ਸਾਨੂੰ ਸਮਝਾਇਆ ਤੇ ਇੱਕ ਗੱਲ ਕਹੀ ਕਿ ਸੰਸਾਰ ਇੱਕ ਮੰਡੀ ਹੈ, ਮਾਰਕੀਟ ਹੈ, ਤੇ ਜੀਵ ਇੱਥੇ ਵਣਜ ਕਰਨ ਵਾਸਤੇ ਆਏ ਆ। ਜਿਹੜਾ ਆਪ ਨਾ ਸਿਆਣਾ ਹੋਵੇ, ਸਿਰਫ ਦਲਾਲਾਂ ਦੇ ਆਖੇ ਹੀ ਲੱਗੇ, ਲੁੱਟਿਆ ਜਾਂਦਾ। ਦਲਾਲ ਚਾਹੀਦੇ ਨੇ, ਲੇਕਿਨ ਬੰਦਾ ਆਪ ਸਿਆਣਾ ਚਾਹੀਦਾ। ਇੱਕ ਤੇ ਕਿ ਸੰਸਾਰ ਮਾਰਕੀਟ ਹੈ, ਮੰਡੀ ਹੈ, ਜੀਵ ਵਣਜਾਰਾ ਹੈ, ਵਣਜ ਕਰਨ ਵਾਸਤੇ ਆਇਆ। ਔਰ ਇੱਕ ਹੋਰ ਇਸ ਤੋਂ ਵੀ ਔਖੀ ਗੱਲ ਕਿ ਸਰਾਮ ਹੀ ਹੈ, ਮਾਲ ਖਰੀਦਣਾ ਵੇਚਣਾ, ਸੌਣਾ ਵੀ ਮੰਡੀ ਦੇ ਵਿੱਚ ਹੈ। ਉਸ ਬੰਦੇ ਦੀ ਹੋਰ ਮੁਸ਼ਕਲ ਹੈ। ਮੰਡੀ ਵਿੱਚ ਤੇ ਭੀੜ ਹੈ, ਜ਼ਰਾ ਕੁ ਸੌਂ ਗਿਆ ਕੋਈ ਮਾਲ ਚੋਰੀ ਕਰਕੇ ਲੈ ਜਾਏਗਾ। ਰਹਿਣਾ ਵੀ ਸੰਸਾਰ ਦੇ ਵਿੱਚ ਹੈ, ਵਣਜ ਵੀ ਇੱਥੇ ਕਰਨਾ ਹੈ, ਔਰ ਸੁਚੇਤ ਹੋ ਕੇ ਰਹਿਣਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਜੀਵਨ ਨੂੰ ਮਿਣਨ ਵਾਸਤੇ, ਜੀਵਨ ਨੂੰ ਤੋਲਣ ਵਾਸਤੇ ਉਹਨਾਂ ਤੱਕੜੀ ਫੜੀ ਸੀ, ਆਪ ਨੂੰ ਪਤਾ। ਤੋਲਣ ਵਾਸਤੇ ਤੋਲਣ ਵਾਲੇ ਕੋਲ ਵੱਟੇ ਹੁੰਦੇ ਸਨ, ਛੋਟੇ ਛੋਟੇ ਵੱਟੇ, ਵੱਡੇ ਵੱਟੇ, ਆਪ ਨੂੰ ਪਤਾ 5 ਕਿਲੋ 10 ਕਿਲੋ 20 ਕਿਲੋ 25 ਕਿਲੋ ਮਣ 40 ਕਿਲੋ ਕੁਇੰਟਲ। ਹੁਣ ਤੇ ਯੰਤਰ ਹੋਰ ਆ ਗਏ, ਉਹ ਵੱਟਿਆਂ ਦੀ ਲੋੜ ਨਾ ਰਹਿ ਗਈ, ਪਰ ਵੱਟੇ ਸਨ। ਮਿਣਨ ਵਾਸਤੇ ਮੀਟਰ ਸਨ, ਗਜ ਸਨ, ਮੀਟਰ ਆ ਗਏ, ਇੰਚ ਨੇ, ਫੁੱਟ ਨੇ। ਉਹਨਾਂ ਨੇ ਜੀਵਨ ਨੂੰ ਤੋਲਣ ਲਈ ਵੱਟਾ ਕਿਹੜਾ ਰੱਖਿਆ? ਸਭ ਤੋਂ ਵੱਡਾ ਵੱਟਾ ਤੇ ਹੈ ਯੁੱਗ, ਛੋਟਾ ਹੈ ਸਾਲ, ਮਹੀਨਾ, ਦਿਨ। ਉਸ ਤੋਂ ਬਾਅਦ ਦਿਨ ਰਹਿਣ ਤੋਂ ਫਿਰ ਆ ਗਿਆ ਪਹਿਰ, ਪਹਿਰ ਆ ਗਿਆ। ਪਹਿਰਾਂ ਤੋਂ ਵੀ ਹੋਰ ਛੋਟਾ ਚੱਲਦੇ ਗਏ, ਛਿਨ ਤੱਕ ਜਾ ਪਹੁੰਚੇ। ਵਿਸੋਏ ਚਸਿਆਂ ਘੜੀਆਂ ਪਹਿਰਾਂ, ਥਿੱਤੀ ਮਾਰੀ ਮਾਂ ਹੋਵਾ। ਸਭ ਤੋਂ ਛੋਟਾ ਵੱਟਾ ਸੁਨਿਆਰੇ ਕੋਲ ਹੁੰਦਾ ਰਤਕ। ਇੱਕ ਰਤਕ ਤੋਂ ਵੀ ਛੋਟਾ ਕਿ 6 ਚੌਲ ਹੋਣ ਤੇ ਇੱਕ ਰਤਕ, ਕਿਉਂਕਿ ਸੋਨਾ ਮਹਿੰਗਾ ਤੇ ਇਸ ਲਈ ਵੱਟਾ ਵੀ ਛੋਟਾ, ਛੋਟੇ ਤੋਂ ਸ਼ੁਰੂ ਹੋਇਆ। ਜੀਵਨ ਮਹਿੰਗਾ ਹੈ ਤੇ ਇੱਥੇ ਵੱਟਾ ਰੱਖਿਆ ਛਿਨ। ਛਿਨ ਛਿਨ ਔਦ ਬਿਹਾਤ ਹੈ, ਫੂਟੇ ਘਟ ਜਿਉ ਪਾਣੀ। ਅੱਖ ਦਾ ਫੋਰ ਇੱਕ ਛਿਨ ਹੁੰਦਾ। ਇਸ ਨਾਲ ਮਿਲਿਆ ਜੀਵਨ ਨੂੰ ਕਿ ਛਿਨ ਛਿਨ ਕਰਕੇ ਜੀਵਨ ਜਾ ਰਿਹਾ ਹੈ। 15 ਅੱਖ ਦੇ ਫੋਰ ਹੋਣ ਇੱਕ ਵਿਸਾ, 15 ਵਿਸੇ ਹੋਣ ਇੱਕ ਚਸਾ, 30 ਚਸੇ ਹੋਣ ਇੱਕ ਪਲ, 60 ਪਲ ਹੋਣ ਇੱਕ ਘੜੀ। ਇਹ ਘੜੀ ਹੈ 14 ਕੁ ਮਿੰਟ ਦਾ ਟਾਈਮ। 7.5 ਘੜੀਆਂ ਹੋਣ ਤੇ ਦੁਪਹਿਰ 3 ਘੰਟੇ ਦਾ ਟਾਈਮ ਬਣਦਾ। ਔਰ 12 ਘੰਟੇ ਦੀ ਰਾਤ ਤੇ 12 ਘੰਟੇ ਦਾ ਦਿਨ, 24 ਘੰਟੇ ਹੋ ਗਏ, 8 ਪੈਰ ਹੋ ਗਏ।
ਸਤਿਗੁਰੂ ਨੇ ਕਿਹਾ ਜੀਵਨ ਤੇਰਾ ਬਤੀਤ ਹੋ ਰਿਹਾ ਛਿਨ ਛਿਨ ਕਰਕੇ, ਪਹਿਰ ਪਹਿਰ ਕਰਕੇ। ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਵ ਘਟੈ ਤਨ ਸੀਜੈ। ਕਾਲ ਅਹੇਰੇ ਫਿਰੇ ਬਦਕ, ਜਿਉ ਕਹੋ ਕਵਣ ਬਿਦ ਕੀਜੈ। ਜੀਵਨ ਦੇ ਵਿੱਚ ਸਮੱਸਿਆ ਨਿਤ ਆਉਂਦੀਆਂ ਨੇ ਔਰ ਨਵੀਆਂ, ਔਰ ਜਵਾਬ ਜਿਹੜੇ ਨੇ ਹਜ਼ਾਰਾਂ ਸਾਲ ਪੁਰਾਣੇ, ਔਰ ਕੋਈ ਤਾਲਮੇਲ ਬੈਠਦਾ ਨਹੀਂ। ਸ਼ਾਇਦ ਇੱਕ ਕਹਾਣੀ ਸੁਣੀ ਹੋਵੇ, ਨਹੀਂ ਤੇ ਮੈਂ ਬੇਨਤੀ ਕਰਾਂ। ਇੱਕ ਸੁਦਾਗਰ ਬੱਚੇ ਨੂੰ ਸਮਝਾਉਣ ਲੱਗਾ, ਕਹਿਣ ਲੱਗਾ ਬੇਟਾ ਗੱਲ ਸੁਣ, ਮੈਂ ਜੀਵਨ ਹੰਢਾਇਆ, ਧੁੱਪ ਛਾਂ ਦੁੱਖ ਸੁੱਖ ਵਾਧੇ ਘਾਟੇ ਵੇਖੇ, ਤੂੰ ਚੱਲਿਆ ਵਪਾਰ ਲਈ, ਮੇਰੀ ਮੱਤ ਲੈ ਜਾ। ਵਪਾਰ ਕੀ ਕਰਦੇ ਸਨ? ਟੋਪੀਆਂ ਵੇਚਦੇ ਸਨ। ਕਹਿਣ ਲੱਗਾ ਇੱਕ ਵਾਰ ਮੈਂ ਸੌਂ ਗਿਆ ਤੇ ਬਾਂਦਰ ਟੋਪੀਆਂ ਲੈ ਗਏ, ਤੇ ਉਹ ਮੈਨੂੰ ਵੇਖ ਕੇ ਉਹ ਪਾ ਕੇ ਸਿਰ ਤੇ ਰੁੱਖ ਤੇ ਚੜ ਗਿਆ। ਮੈਨੂੰ ਪਤਾ ਸੀ ਬਾਂਦਰ ਨਕਲਚੀ ਨੇ, ਮੈਂ ਟੋਪੀ ਲਾ ਕੇ ਸੁੱਟੀ, ਉਹਨਾਂ ਵੀ ਸੁੱਟ ਦਿੱਤੀਆਂ ਤੇ ਮੈਂ ਇਕੱਠੀਆਂ ਕਰਕੇ ਆ ਗਿਆ। ਮੈਂ ਧਿਆਨ ਰੱਖੀ। ਉਹ ਬੱਚਾ ਗਿਆ, ਵਾਕਿਆ ਸੌਂ ਗਿਆ, ਬਾਂਦਰ ਟੋਪੀਆਂ ਲੈ ਗਏ, ਪਾ ਕੇ ਬੈਠੇ। ਉਹਨੇ ਆਪਣੀ ਲਾ ਕੇ ਸੁੱਟੇ। ਉਹਨੇ ਸੋਚਿਆ ਬਾਪ ਦਾ ਗੁਰ ਕੰਮ ਆਏਗਾ, ਹੋਇਆ ਉਲਟ ਇੱਕ ਬਾਂਦਰ ਆਇਆ, ਉਹ ਟੋਪੀ ਲੈ ਕੇ ਵੀ ਤੁਰ ਗਿਆ, ਉਹ ਵੀ ਜਾਂਦੀ ਰਹੀ। ਮਥੁਰਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਗਏ ਤੇ ਇੱਕ ਬਾਂਦਰ ਇੱਕ ਸਿੱਖ ਦੀ ਢਾਲ ਲੈ ਗਏ। ਇਸ ਕਹਾਣੀ ਦਾ ਗੁਰੂ ਸਾਹਿਬ ਨੂੰ ਪਤਾ ਸੀ। ਆਮ ਕੋ ਬੰਦਾ ਹੁੰਦਾ ਢਾਲ ਸੁੱਟ ਦਿੰਦਾ ਕਿ ਬਾਂਦਰ ਵੀ ਸੁੱਟ ਜਾਏਗਾ, ਉਹਨਾਂ ਨੂੰ ਪਤਾ ਸੀ ਨਹੀਂ, ਬਾਂਦਰ ਸਿਆਣੇ ਹੋ ਗਏ ਨੇ, ਇਹਨੇ ਇਹ ਵੀ ਚੁੱਕ ਕੇ ਲੈ ਜਾਣੀ। ਸਤਿਗੁਰਾਂ ਕੀ ਕੀਤਾ ਕਿ ਲੱਡੂ ਲੈ ਕੇ ਨਾ ਬਾਂਦਰ ਨੂੰ ਵਿਖਾਇਆ, ਭੱਜ ਕੇ ਆਇਆ। ਕਹਿਣ ਲੱਗੇ ਨਾ, ਢਾਲ ਵਿਖਾਈ, ਪਹਿਲੇ ਢਾਲ ਦੇ ਫਿਰ ਤੈਨੂੰ ਲੱਡੂ ਦੇਵਾਂਗੇ। ਉਹਨੇ ਢਾਲ ਦੇ ਦਿੱਤੀ, ਸਤਿਗੁਰਾਂ ਨੇ ਲੱਡੂ ਦੇ ਦਿੱਤਾ। ਇਹਦਾ ਭਾਵ ਇਹ ਹੈ ਜੀਵਨ ਦੇ ਗੁਰ ਬਦਲਦੇ ਰਹਿੰਦੇ ਨੇ, ਪਰ ਕੋਈ ਸੱਤ ਨੇ ਜਿਹੜੇ ਨਹੀਂ ਬਦਲਦੇ, ਉਹ ਉੱਥੇ ਦੇ ਉੱਥੇ ਨੇ। ਉਹਨਾਂ ਨੂੰ ਤਬਦੀਲ ਨਹੀਂ ਕਿ ਦ੍ਰਿਸ਼ਟਾਂਤ ਬਦਲਦੇ ਰਹਿੰਦੇ ਨੇ, ਸਿਧਾਂਤ ਨਹੀਂ ਬਦਲਦੇ, ਸਿਧਾਂਤ ਉਹੀ ਰਹਿੰਦੇ ਨੇ। ਇਹ ਸਮਝੋ ਅਕਬਰ ਦੇ 9 ਰਤਨਾਂ ਵਿੱਚੋਂ ਇੱਕ ਰਤਨ ਹੋਇਆ ਖਾਨ ਖਾਨਾ ਰਹੀਮ। ਉਹ ਕਹਿੰਦਾ ਕਿ ਇੱਕ ਹੈ ਸਾਦਾ ਸਭ ਸਾਦਾ, ਸਭ ਸਾਦਾ ਸਭ ਜਾਏ। ਇੱਕ ਨੂੰ ਸਾਧ ਲੈ ਤੇ ਸਾਰੇ ਹੀ ਸਾਧੇ ਜਾਣਗੇ, ਤੇ ਸਾਰਿਆਂ ਨੂੰ ਸਾਧਨ ਤੁਰ ਪਿਆ ਤੇ ਇੱਕ ਵੀ ਨਹੀਂ ਸਾਧਿਆ ਜਾਣਾ। ਰਹਿਮਨ ਮੂਲ ਹੈ ਸਿੰਚੀਏ, ਫੂਲ ਹੈ ਫਲ ਹੈ ਅਗਾਏ। ਤੋ ਪੱਤਾ ਪੱਤਾ ਧੋਂਦਾ ਰਿਹਾ ਤੇ ਸਾਰੇ ਹੀ ਸੁੱਕ ਜਾਣਗੇ। ਫਲ ਧੋਂਦਾ ਰਹੋ, ਪੱਤੇ ਰੁੱਖ ਦੇ ਧੋ, ਸੁੱਕ ਜਾਣਗੇ। ਜੜਾਂ ਨੂੰ ਪਾਣੀ ਪਾ ਦੇ। ਰਹਿਮਨ ਮੂਲੇ ਸਿੰਚੀਏ, ਫੂਲ ਫਲ ਅਗਾਏ। ਪੱਤੇ ਆਪੇ ਹੀ ਹਰੇ ਰਹਿਣਗੇ। ਜੜਾਂ ਨੂੰ ਪਾਣੀ ਪਾ। ਜੜ ਕੀ ਹੈ? ਸਾਡਾ ਮਨ। ਸਤਿਗੁਰਾਂ ਨੇ ਕਿਹਾ ਜੇਕਰ ਮਨ ਸਾਧਿਆ ਗਿਆ, ਅੱਖਾਂ ਸਾਧੀਆਂ ਜਾਣਗੀਆਂ। ਜੇ ਕੋਈ ਅੱਖਾਂ ਵਾਲੇ ਪਾਸਿਓਂ ਤੁਰਿਆ, ਕਦੇ ਨਹੀਂ ਸਾਧੀਆਂ ਜਾਣਗੀਆਂ। ਮੈਂ ਕੰਨ ਸਾਧਾਂ, ਮੈਂ ਅੱਖਾਂ ਸਾਧਾਂ, ਮੈਂ ਜ਼ੁਬਾਨ। ਉਹ ਕਹਿੰਦੇ ਨੇ ਮਨ ਸਾਧ ਲੈ, ਅੱਖਾਂ ਠੀਕ ਹੋ ਜਾਣਗੀਆਂ, ਜ਼ੁਬਾਨ ਠੀਕ ਹੋ ਜਾਏਗੀ, ਹੱਥਾਂ ਦੇ ਕਰਮ ਠੀਕ ਹੋ ਜਾਣਗੇ। ਨਹੀਂ ਤੇ ਸਭ ਕੁਛ ਮੈਲ, ਮਨ ਮੈਲੇ ਸਭ ਕੁਛ ਮੈਲਾ, ਤਨ ਧੋਤਾ ਮਨ ਅੱਛਾ ਨਾ ਹੋਏ। ਉਹਨਾਂ ਕੇ ਐਸਾ ਕਰ, ਸੁਚੇਤ ਹੋ ਜਾ। ਭਾਵੇਂ ਹੋਵੇ ਛਿਣ ਤੇ ਭਾਵੇਂ ਹੋਵੇ ਯੁੱਗ ਤੇ ਭਾਵੇਂ ਹੋਵੇ ਪੈਰ। ਜੇ ਤੂੰ ਸੁਚੇਤ ਹੋ ਜਾਏ, ਜੇ ਤੂੰ ਜਾਗ ਜਾਏ, ਸਮਾਂ ਤੇਰਾ ਸਫਲ ਹੋ ਜਾਏਗਾ। ਤੂੰ ਰੱਬ ਦੇ ਘਰ ਪ੍ਰਵਾਨ ਹੋ ਜਾਏਗਾ। ਬੰਦਾ ਭੁਲੇਖਾ ਹੀ ਇੱਥੋਂ ਕਾ ਕੇ ਖਾ ਰਿਹਾ ਹੈ। ਕਹਿੰਦਾ ਸਮਾਂ ਥੋੜਾ ਹੈ, ਸਮਾਂ ਮੈਨੂੰ ਹੋਰ ਦੇ, ਮੇਰੀ ਉਮਰ ਥੋੜੀ ਹੈ, ਲੰਬੀ ਕਰ ਦੇ। ਬੰਦੇ ਨੇ ਕਦੀ ਨਹੀਂ ਮੰਗਿਆ ਕਿ ਜਿੰਨੀ ਕੁ ਹੈ ਸਫਲ ਕਰ ਦੇ। ਜਿੰਨੇ ਕੁ ਦਿਨ ਨੇ ਬਹੁਤ ਨੇ, ਜਿੰਨੇ ਸਾਲ ਮੈਨੂੰ ਦਿੱਤੇ ਨੇ ਬਹੁਤ ਨੇ, ਸਫਲ ਹੋ ਜਾਣ। ਗੁਰੂ ਸਾਹਿਬ ਕਹਿੰਦੇ ਨੇ ਤੇ ਤੂੰ ਮੰਗਦਾ ਹੀ ਨਹੀਂ ਕਿ ਸਫਲ ਹੋ ਜਾਣ। ਤੂੰ ਮੰਗਣਾ ਕਿ ਮੈਨੂੰ ਲੰਬੀ ਉਮਰ ਹੋਰ ਦੇ ਤੇ ਕਰਾਂਗਾ ਕਿ ਸਿਰਫ ਸਮਾਂਗਾ। ਕੁਝ ਪੰਕਤੀਆਂ ਸਰਵਣ ਕਰੋ। ਸਗਲੀ ਰੈਨ ਸੋਈ ਅੰਧਿਆਰੀ, ਗੁਰ ਕਿੰਚਤ ਕਿਰਪਾ ਜਾਗੇ।
जन नानक के प्रभ सुंदर स्वामी मोह तुम सर अवर न लागा। अज्ञान लाए सवालिया गुर ज्ञाने लाए जगावे को। ये जागण की गल आउंदी है, साड़ी फिर दौड़ लग जाती है 2 वजे जागो 1 वजे जागो या सवो ही ना। कबीर साहब ने भुलेखा कढ़िया सी। वो कहते ने जागत सोवत बहु प्रकार। जागना ते सौना कई ढंग दा। कहते ने चोर सारी रात ही जागदा, तू ते आखेगा किन्ने बजे जागना, सौंदा ही नहीं, सारी रात जागदा। फिर जागना किवें? कहते ने मन जाग जाए, सिफत सलाह विच जाग जाए, तेरा मंगना भी ठीक हो जाएगा, लगना भी ठीक हो जाएगा, जागना भी ठीक हो जाएगा। वो की है? कहो नानक तिस सब किश नीका। नीका का अर्थ है चंगा। जो प्रभु की शरण आगना, जो प्रभु की शरण विच है उसका मंगना भी ठीक। वो बाहर ही मोमबत्तियां नहीं बालदा, हिरदे विच नाम का प्रकाश होंदा। चांदना चांदन आंगन, प्रभ जी अंतर चादन चांदना। आराधना आराधन नीका, हर हर नाम आराधना। मांगना मांगन नीका, हर जस गुर ते मांगना। शरण विच आ जाए, सुचेत हो जाए, जाग जाए। बंदा अचेत ही जन्मदा, अचेत ही जिउंदा, अचेत ही मर जांदा। इस शब्द दियां 2 उथानका लिखियां ने विद्वानां ने। एक ते कि वणजारे वो हुंदे सन छोटा छोटा मसनूआत जिन्हां ने वेचना। एक बॉक्स कोल होना, मैं आप वेखे है, शीशे होने, सुरमे होने, चूड़ियां होनियां, मुंदरियां रिंग होने, ये जाके नगरां च वेचने। ते हुण वेचना भी ते रात सौना भी उत्थे ही है। ध्यान भी रखना है कि मेरा बक्सा ही ना कोई चुक के लै जाए, सुचेत होकर भी रहना। दूसरी उथान का लिखी है कि वणजारियां दा काफला जा रहा सी ते गुरु नानक देव नाल सन। रात हो गई काफी ते शोर शराबा बहुत। ते सतगुरु कहते ने मरदानिया वेख की होया? कहने लगा पातशाह वणजारा जिहड़ा है एक नायक वणजारियां दा, उसदे घर बहुत देर बाद पुत्र ने जन्म लिया ते खुशी मना रहे। कहने लगे खुशी किवें? कहने लगे नशे पते कीते ने, नचदे गाउंदे पए ने। पर मरदानिया जिसने पुत्र दिता है को उसका धन्नवाद करदा भी वेखिया। कहने लगा धन्नवाद रब ही याद नहीं, धन्नवाद किथे। बहुत देर गुजर गई, दिन चढ़िया, अमृत वेला होया ते उथों रोण दीयां आवाज़ां आईयां ते कहन लगे हुण की होया? वेख के आ, राती गाउंदे सन हुण रो रहे। जीवन है ही ऐसा, हस तो जाए सो रोवत आवे, रोवत जाए सो हसै, बस तो होए होए सो ऊजर, ऊजर होए सो बस। कहन लगा पातशाह काका जिहड़ा राती आया सी चढ़ाई कर गई। कहन लगे कमाल हो गई, एक रात ही रही है। करजाई आया सी, करजा लैके चलदा बने। करजा कादा? इन्हां दे सुख लै गया, इन्हां नूं दुख दे गया। सतगुरु कहंदे ने ये जिवें एक रात रहा, जीवन भी एक रात है। असल विच कहण दा ढंग है, जीवन छोटा ही है, बहुते दिन नहीं। छिण पर किते कह दिता है, किते 4 दिन कह दिता है। मैनूं याद आउंदी है गल, इस लाल किले दा मालिक, इस दिल्ली दा मालिक, हिंदुस्तान दा मालिक बहादुर शाह जफर। जफर दा अर्थ शब्द जे अपना अरबी दा ते जोए नाल लिखिया जांदा है। जोए, जीम, जवाद, जे, इन्हां दियां वख-वख आवाज़ां ने। अरबी दा ये शब्द है, इसका अर्थ हुंदा है जित। जिवें जफरनामा, जफरनामा कहने हैं ना, ये की है फतेह, ते नामा हुंदा खत। फतेह दी चिट्ठी, इहदा नां सी जफर, भाव फतेह, जित दा मालिक। पर हार गया। अंग्रेज़ां ने इसनूं कैद कर लिया, रंगून भेज दिता बर्मा।
ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਪਿੱਛੇ ਉਸ ਦੀ ਕਬਰ ਤੇ ਜਾ ਕੇ ਆਇਆ, ਮੈਂ ਖਬਰ ਪੜ੍ਹੀ। इसने एक गल अखीर ते कही, कहन लगा उम्रे दराज मांग कर लाए थे 4 दिन। मैं रब नूं आखिया उम्र लंबी दी, उन्हें कहा जा तेनू 4 दिन दिते। ये 4 दिन गिनती दे ना समझने, पाप थोड़ा जिहा समा। उम्रे दराज मांग कर लाए थे 4 दिन, 2 आरजू में कट गए 2 इंतजार में। अद्धी उम्र लंघ गई इच्छा करदे ए मिले ए मिले ए मिले, ते अद्धी उड़ीकदे मिल गई, मिले कुछ भी नहीं। इच्छा बहुत ने। गुरु साहब कहते ने जड़ क्यों नहीं फड़ लैंदा। इच्छा दे मगर दौड़ना है, पूरी होंदी नहीं, होर पैदा हो जांदियां ने। इच्छा पूरक दी शरण विच क्यों नहीं आ जांदा। सारा कुछ ही मसला हल हो जाए। सभे थोक प्राप्ति जे आवे एक हाथ। इच्छा पूर्वक सर्व सुख दाता हर, जांका वस है काम थे ना। सो ऐसा हर ध्याया मेरे जीड़े, ता सर्व सुख पावे मेरे मना। तू ऐसा कर जड़ नूं पानी पा। गुरु साहब जी कहते ने सुचेत हो जा, तेरे पहर भी सफल हो जाणगे, साल भी सफल हो जाणगे। सुचेत हो के की कर। सुचेत हो ते ध्यान नाल जीवन नूं वेख। वेखो विचला जीवन सफल हो जाए ते जन्म भी सफल, विचला जीवन सफल हो जाए ते मरण भी सफल। जिसदा विचला जीवन बर्बाद हो गया उसदा मरण किसे सफल कहा। सारी उम्र ही बुरा करदा रहा होवे, मरे नूं कोई आख छड़े जी ये सचखंड वासी, इस नाल की फर्क पैंदा। सारी उम्र कीता कि जन्म उसदा सफल होया। हाँ, जीवन सफल है, यात्रा सफल है। सफल 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 भई सफल यात्रा, आमन जान रहे मिले साधा। उसदा आउणा सफल, उसदा जीवना सफल। सो जीविया जिस मन वसिया सोए, नानक अवर ना जीवै कोय। जीवन उसका सफल है जो सुचेत है ते अपनी वस्तु साम ले। कुछ पंक्तियां आपके सामने इस विषय ते रखते हैं। मन मेरे अन दिन जाग हर चेत, ते अपनी खेती राख लै कूंज पड़ेगी खेत। सतगुर दित्ती वाड़ नानक खेत न छिजई। गुरु ने वाड़ कर दी रहत मर्यादा दी, हुण मेरे खेती नहीं उजड़ती। गुर दिखलाई मोरी जित मिर्ग पड़त है चोरी। उन्हां कहा संगत विच आके बैठ जा। संग मिल चले निर्विघ्न पहुंचे कर, बिछरे तुरत बटवारो मार डर है। संग च काफले च जो चलदा सी पहुंच जांदा सी, विछड़ गया ते डाकू लुट लेंदे सन, मार देंदे सन। जैसे बार दी ये खेत छोत ना मिर्ग नर, छेड़ी पे मिर्गबंती खेचे उजार है। वाड़ दिती होवे कुछ हो नहीं सकता, खेती बचदी है। वाड़ टुट जाए राही उजाड़ जांदे ने, मिर्ग उजाड़ जांदे ने। पिंजरा में सुआ जैसे राम नाम लेत है, पिंजरे च सुरक्षित है। इस साध संगत भी एक पिंजरा। इथे जड़ रहेगा मर्यादा च रहेगा, चौगिर्द हमारे राम कार दुख लगे न भाई, सुरक्षित रहेगा। पिंजरा में सुआ जैसे राम नाम लेत हो, निकसत खिण ताहे बग्रस्त मजार है। सहसे साध संग मिल पहुंचे सहज घर, ना तर पंचो दूते प्राण प्रहार है। मेरे माधो जी सत संगत मिले सो तरिया, मन मेरे अन दिन जाग हर चेत। अपनी खेती राख लै कूंज पड़ेगी खेत, उन सौना भी मंडी च। एक बार पशुआं दी मंडी सुभानपुर लगदी सी ते लंघदे मैं वेखे व्यापारी बेचारे सुते भी ते नाल जागदे भी, क्योंकि पशुआं दी रखवाली करनी। बंदे सुचेत होके रह, तेरे लिए तो होर मुश्किल है। चोर बाहरों नहीं आने, अंदर ही बैठे। जिन्होंने अपने समझना है वो चोर ने। इस देही अंदर पंच चोर वसा हैं।
ਕਾਮ ਕ੍ਰੋਧ ਲੋਭ ਮੋਹ ਅਹੰਕਾਰ ਅੰਮ੍ਰਿਤ ਲੂਟੈ ਮਨ ਮੁਖ ਨਹੀਂ ਬੂਝੈ ਕੋਈ ਨਾ ਸੁਣੇ ਪੁਕਾਰ। ਸੁਚੇਤ ਹੋ ਕਿੰਨਾ ਕੁ ਹੋਵਾਂ, ਪਹਿਲੇ ਇੰਜ ਕਰ, ਜਨਮ ਨੂੰ ਧਿਆਨ ਨਾਲ ਵੇਖ ਲੈ, ਸੁਚੇਤ ਹੋ ਜਾ, ਹਉਮੈ ਮੁੱਕ ਜਾਏਗੀ, ਰੱਬ ਨਾਲ ਜੁੜ ਜਾਏਗਾ। ਅਖੀਰ ਆਪਣਾ ਵੇਖ ਲੈ, ਅਖੀਰ ਖਾਕ ਦੀ ਮੁੱਠ ਹੈ, ਕਿਸ ਗੱਲ ਦਾ ਗੁਮਾਨ ਕਰਨਾ। ਪਹਿਲੀ ਕਮਨ ਮੂਲ ਤੇ ਮਾਨ ਕਰਿਆ ਏ ਪ੍ਰਤਾਪ ਤੁਹਾਰਾ। ਅਖੀਰ ਕਹਿੰਦੇ ਨੇ ਤੇਰਾ ਅੰਤ ਕੀ ਹੈ, ਕੋਈ ਹੈ ਅੰਤ ਤੇਰੇ ਨਾਲ? ਇਹ ਸ਼ਰੀਰ ਇਹ ਤੇ ਕਹਿਤ ਕਬੀਰ ਤੇਈ ਨਰ ਭੂਲੇ, ਖਸਮ ਵਿਸਾਰ ਮਾਟੀ ਸੰਗ ਰੋਲੇ। ਕਬੀਰਾ ਧੂਰ ਸਕੇਲ ਕੈ ਪੁਰੀਆ ਬਾਂਧੀ ਦੇ, ਦਿਵਸ ਚਾਰ ਕੋ ਪੇਖਣਾ ਅੰਤ ਖੇ ਕੇ ਖੇ। ਕਦੀ ਧਿਆਨ ਨਾਲ ਵੇਖਿਆ, ਹੁਣ ਗੁਰੂ ਦਰਬਾਰ 'ਚ ਬੈਠੇ ਆ, ਆਪਣੇ ਹੱਥਾਂ ਵੱਲ ਵੇਖੀਏ, ਇੱਕ ਦਿਨ ਤੁਸੀਂ ਅਸਤੀਆਂ ਹੋਵੋਗੇ, ਰਾਖ ਹੋ ਜਾਓਗੇ। ਮੇਰੇ ਸਰੀਰ, ਮੇਰੇ ਪੈਰ, ਤੇਰੀ ਰਾਖ ਇੱਕ ਡੱਬੇ 'ਚ, ਇੱਕ ਬਾਕਸ ਥੈਲੇ 'ਚ ਪੈ ਜਾਏਗੀ। ਖਿਲਾਰ ਦੇਣਗੇ ਕਿਸੇ ਨਦੀ ਵਿੱਚ ਲੋਕੀ ਲਿਜਾ ਕੇ। ਮੰਨਦਾ ਕੋਈ ਮੈਂ ਰਾਖ ਹੋਵਾਂਗਾ ਔਰ ਨਦੀ ਵਿੱਚ ਬਿਖਰ ਜਾਵਾਂਗਾ। ਜਨਮ ਨੂੰ ਧਿਆਨ ਨਾਲ ਵੇਖ, ਮਰਨ ਨੂੰ ਧਿਆਨ ਨਾਲ ਵੇਖ। ਪਹਿਲੇ ਇੱਥੇ ਸੁਚੇਤ ਕੀਤਾ ਹੈ ਸਤਿਗੁਰਾਂ ਨੇ ਜਨਮ ਪ੍ਰਤੀ। ਇਹ ਕੀਤਾ ਸਭ ਕੁਝ ਤਾਂ ਕਿ ਅਸੀਂ ਜਾਗ ਜਾਈਏ, ਤੇ ਜਾਗ ਕੇ ਕਰੀਏ ਕਿ ਰੱਬ ਚੇਤੇ ਆਵੇ। ਹੁਣ ਪ੍ਰਸ਼ਨ ਇੱਕ ਹੋਰ ਹੈ ਕਿ ਰੱਬ ਚੇਤੇ ਕਿਉਂ ਕਰੀਏ, ਇਸ ਨਾਲ ਕੀ ਹੋਵੇਗਾ? ਉਹ ਕਹਿੰਦੇ ਨੇ ਜੋ ਚੇਤੇ ਆ ਜਾਏ ਨਾ, ਉਹੋ ਜਿਹੇ ਹੋ ਜਾਈਦਾ। ਰੱਬ ਚੇਤੇ ਆ ਜਾਏ, ਰੱਬ ਵਿੱਚ ਲੀਨ ਹੋ ਜਾਓਗੇ, ਬੂੰਦ ਸਾਗਰ ਹੋ ਜਾਏਗੀ, ਜੀਵਨ ਆਨੰਦ ਨਾਲ ਭਰ ਜਾਏਗਾ। ਸਵਾਸ ਸਵਾਸ ਆਨੰਦ ਹੋਵੇਗਾ। ਕੁੰਕੂ ਕੀ ਕਾਇਆ रत्ना की ललता अगरवास तन सास, 68 तीर्थ का मुख टिक्का, तित घट मत विगास, ओत मती सलाहना सच नाम गुण पास। ऐसा तेरा शरीर, ऐसा तेरा मन होवेगा, ऐसे श्वास होणगे। सानू सुचेत करदे ने, किस गल दा गुमान कर रहे हैं? जवानी दा, इस सुंदर रूप दा ध्यान नाल वेख, तू है कि एक ओंकार सतगुर प्रसाद। परमात्मा एक है। ओंकार दे अर्थ की ने? ये रामकली राग विच सतगुरां कर दिते ने, विच ही कर दिते ने। ओंकार वो है जिस तो ब्रह्मा की उत्पत्ति होई। ओंकार वो है जिसनू ब्रह्मा ने भी चित विच टिकाया। ये जिन्ने समा पैदा होया, पहाड़ पैदा होए, ओंकार तो। ओंकार ब्रह्मा उत्पत्त, ओंकार कियो जिन चित, ओंकार सैल जुग भय, ओंकार वेद निर्मय। उनमें अखर करो विचार, उनमें अखत्रे भवन सारे, ते तिन्ना भवनां दा सारा एक ओंकार। बहुते नहीं, वो एक है। पसारा वस्तु है, पसारे दा मालिक एक है। सिरजना बहुत है, सिरजनहार एक है। एक ओंकार सदा एक रस रहिंदा। सतगुर प्रसाद, सतगुरु की कृपा द्वारा उसकी प्राप्ति होंदी है। श्री राग महला पहला, पहरे घर पहला। श्री राग रात का राग है। श्री गुरु ग्रंथ साहब विच आरंभ विच है, और राग नूं जिहड़े समझदे उन्हां नूं पता होवेगा ये पूर्वी थाट का राग है। और रात कीर्तनीय इसदा राग नूं रात नूं कीर्तन करदे हन। गुरु नानक देव जी का उच्चारण किया हुआ शब्द है पहरे। पहरियां की व्याख्या है, रात एक जीवन है ते रात दे 4 पहरे हुंदे ने। ये पहरियां दी वे घर पहला ओ ताल जिस दे विच एक ताली आवे, उस विच गाउण वास्ते कीर्तनियां नूं सोचना है। पहला पहरा रहन कै बन जा रहा मित्रा, हुक्म पया गरबास। मेरे सतगुरु बड़ा मिठा बोलण वाले ने। उस नूं आराधदे ने जिस नूं कौड़ा बोलना आउंदा ही नहीं। मिठ बोलड़ा जी हर सज्जन स्वामी मोरा, हों समल थकी जी ओ कदे ना बोले कौरा।
ਕਹਿੰਦੇ ਨੇ ਵਪਾਰੀ ਸੱਜਣਾ, ਵਣਜਾਰਿਆ ਸੱਜਣਾ, ਮਿੱਤਰਾ, ਮਨ ਪਿਆਰਿਆ ਜੀਓ ਮਿੱਤਰਾ। ਮਨ ਨੂੰ ਮਿੱਤਰ ਕਿਹਾ, ਸਾਨੂੰ ਮਿੱਤਰ ਕਿਹਾ, ਇਹ ਜੀਵ ਨੂੰ ਮਿੱਤਰ ਕਿਹਾ। ਕਹਿੰਦੇ ਨੇ ਵਣਜ ਕਰਨਾ ਹੈ। ਜਿਵੇਂ ਆਏ ਨੂੰ ਕੋ ਪੁੱਛ ਲੈਂਦਾ, ਭਾਈ ਕਿੱਧਰ ਆਏ ਆ, ਵਪਾਰੀ ਨੂੰ ਵਪਾਰੀ ਪੁੱਛ ਲੈਂਦਾ, ਉਹ ਕਹਿੰਦਾ ਜੀ ਹਾਂ ਮੈਂ ਵਣਜ ਕਰਨ ਆਇਆ। ਕਹਿੰਦੇ ਨੇ ਜੇ ਵਣਜ ਕਰਨ ਆਇਆ ਫਿਰ ਧਿਆਨ ਨਾਲ ਮੇਰੀ ਗੱਲ ਸੁਣ। ਸੁਣ ਮੁੰਦੇ ਹਰ ਨਾਖੀ ਹੈ, ਗੂੜਾ ਵਹਿਣ ਅਪਾਰ, ਪਹਿਲਾਂ ਵਸਤ ਸੁਝਾਣ ਕੇ ਤਾਂ ਕੀਚੇ ਵਪਾਰ। ਇੱਕ ਗੱਲ ਦਾ ਧਿਆਨ ਕਰ ਲਈ, ਕਾਲਰ ਲਾਦਸ ਦੁੱਖ ਗਨੋ, ਲਾਭ ਨ ਪੂੰਜੀ ਸਾਥ। ਸਰਬੇ ਜੋਏ ਅਗਸ਼ਮੇ, ਅਗਸ਼ਮੀ ਹੁੰਦਾ ਨਾਸ ਰਹਿਤ, ਸਾਰੇ ਪਾਸੇ ਸ੍ਰਿਸ਼ਟੀ ਨੂੰ ਵੇਖਦਾ, ਸਦਾ ਹੀ ਰਹਿਣੀ, ਇਹ ਸੱਤ ਹੈ। ਦੁਗਨੇਰੋ ਆਤ, ਇਹਦੇ ਵਿੱਚ ਤੇ ਬਹੁਤ ਵੱਡਾ ਦੁੱਖ ਹੁੰਦਾ। ਇਹ ਮਾਇਆ ਦੇ ਦੇਸ਼ ਵਿੱਚ ਸੁੱਖ ਕਿੱਥੇ, ਭੁਲੇਖਾ ਪੈਂਦਾ ਪਰ ਹੈ ਦੁੱਖ। ਕਾਲਰ ਲਾਦਸ, ਕਦੇ ਕਲਰ ਨਾਲ ਲੋਕੀ ਕੱਪੜੇ ਧੋਂਦੇ ਸਨ, ਵਿਕਦਾ ਸੀ। ਕਲਰ ਇਕੱਠਾ ਕਰਨਾ, ਬੋਰੀਆਂ 'ਚ ਲੱਦ ਕੇ ਲੈ ਜਾਣਾ, ਕਹਿੰਦੇ ਲੱਦਿਆ ਕਲਰ ਹੈ, ਪਰ ਪਾਣੀ ਪੈ ਗਿਆ ਤੇ ਪਾਣੀ ਹੋ ਜਾਂਦਾ, ਖਰਾਬ ਹੋ ਜਾਂਦਾ। ਸਰੋਵਰ 'ਚੋਂ ਲੰਘਣਾ ਪਾਣੀ 'ਚੋਂ, ਲੱਦਿਆ ਹੀ ਕਲਰ, ਨਾ ਲਾਭ ਨਾ ਇਹ ਪੂੰਜੀ ਵੀ ਨਹੀਂ ਬਚਣੀ ਤੇਰੀ। ਉਹ ਭਾਈ ਕਲਰ ਨਾ ਲੱਦ ਲਈ, ਸੁੱਤਾ ਸੁੱਤਾ ਨਾ ਜੀਵਨ ਬਤੀਤ ਕਰ ਜਾਈ, ਤੇ ਮਾਇਆ ਦਾ ਲੱਦੇ ਲੱਦ ਲੈਣੇ। ਤੂੰ ਕੀਤਾ ਕੀ ਹੈ, ਜਰਾ ਵੇਖ, ਤੇਰੀ ਖੱਟੀ ਸਾਰੀ ਕੀ ਹੈ। ਸਾਰੰਗ ਰਾਗ ਦੇ ਇੱਕ ਸ਼ਬਦ ਵਿੱਚ ਸਤਿਗੁਰਾਂ ਨੇ ਕਮਾਲ ਵਿਆਖਿਆ ਕੀਤੀ। ਕਹਾਂ ਕਰੇ ਨੇ ਖਾਟ ਖਾਟ ਲਈ, ਕੀ ਖੱਟੀ ਖੱਟੀ ਆ। ਪਵਨ ਅਫਾਰ ਤੋਰ ਚਮਰੋ, ਇਹ ਤੇਰਾ ਚਮੜਾ ਹਵਾ ਨਾਲ ਫੁੱਲਿਆ ਪਏ। ਪਵਨ ਅਫਾਰ ਤੋਰ ਚਾਮਰੋ, ਅਤ ਜਜਰੀ ਤੇਰੀ ਰੇ ਮੋਟਲੀ, ਬੜੀ ਜਜਰੀ ਭੁਰਭਰੀ ਜੀ ਮਿੱਟੀ ਤੈਨੂੰ ਲੱਗੀ ਹੋਈ ਹੈ। ਇਹ ਕੀਤਾ ਕੀ ਹੈ, ਕਮਾਈ ਤੇਰੀ ਊਹਾਂ ਤੇ ਹਰਿਓ, ਊਹਾਂ ਲੈ ਧਰਿਓ, ਜੈਸੇ ਬਾਦਸ਼ਾਹ ਮਾਸ ਦੇਸ਼ ਝੱਟ ਲੈ। ਇੱਥੋਂ ਵਸੋਂ ਚੁੱਕੀ ਤੇ ਉੱਥੇ ਕਿਸੇ ਦੇ ਘਰੋਂ ਚੁੱਕੀ, ਆਪਣੇ ਰੱਖੀ ਤੇ ਧਰਤੀ ਤੇ ਹੀ ਹੈ, ਕਿਤੇ ਆਕਾਸ਼ ਵਿੱਚ ਨਹੀਂ ਛੱਡ ਆਇਆ। ਤੇਰਾ ਹਾਲ ਉਹ ਹੈ ਜਿਵੇਂ ਬਾਜ ਨੂੰ ਸ਼ਿਕਾਰ ਤੇ ਛੱਡਣਾ ਹੋਵੇ, ਉਹਨੂੰ ਪਹਿਲੇ ਉਕਸਾਉਂਦੇ ਨੇ, ਥੋੜਾ ਜਿਹਾ ਮਾਸ ਬੋਟੀ ਵਿਖਾਈ, ਉਹ ਚਪੜ ਮਾਰਦਾ, ਪਿੱਛੇ ਕਰ ਲੈਂਦੇ ਨੇ, ਉਹ ਖਿੱਚ ਜਾਂਦਾ, ਛੱਡਦੇ ਨੇ, ਸ਼ਿਕਾਰ ਤੇ ਜਾ ਪੈਂਦਾ। ਕਹਿੰਦੇ ਨੇ ਤੈਨੂੰ ਵੀ ਨਾ ਮਾਇਆ ਝੱਟ ਨਹੀਂ ਦੇ ਰਹੀ, ਇਹ ਚੋਗਾ ਵਿਖਾਉਂਦੀ ਹੈ ਲੇਕਿਨ ਦਿੰਦੀ ਕੋਈ ਨਹੀਂ। ਜੈਸੇ ਬਾਦਸ਼ਾਹ ਮਾਸ ਦੇਤ ਝੱਟ ਲੈ, ਸਾਧ ਬੇਕਾਰ ਬੇਕਾਰ ਬੇਖੈ ਰਸ, ਜੈ ਜਾਣਾ ਤੇ ਭੀੜ ਬਾਟ ਲਈ। ਜਿੱਥੇ ਜਾਣਾ ਰਸਤਾ ਬੜਾ ਸੌੜਾ ਹੀ, ਤੂੰ ਤੇ ਇੱਥੇ ਦੁਨੀਆ ਦੀਆਂ ਖੱਟੀਆਂ ਵਿੱਚ ਹੈ, ਸੁਚੇਤ ਕਿਉਂ ਨਹੀਂ ਕਿ ਸੌਦਾ ਕਿਹੜਾ ਠੀਕ ਹੈ। ਵਪਾਰੀ ਹੈ, ਵਣਜਾਰਾ ਹੈ, ਤੇ ਸਤਿਗੁਰੂ ਕਹਿੰਦੇ ਨੇ ਇਹ ਰਮਜ ਦੀ ਗੱਲ ਮੇਰੇ ਕੋਲੋਂ ਸੁਣ। ਸੱਚ ਵਪਾਰ ਕਰੋ ਵਪਾਰੀ, ਦਰਗਹ ਨਿਭੈ ਖੇਪ ਤੁਮਾਰੀ। ਆ ਤੈਨੂੰ ਵਿਖਾਵਾਂ, ਸੁਚੇਤ ਕਰਾਂ। ਪਹਿਲੇ ਪਹਿਰੇ ਰਹਿਣ ਕੇ, ਪਹਿਲਾ ਪਹਿਰ ਹੁਣ ਰਾਤ ਦਾ ਕਿਹੜਾ, 6 ਵਜੇ ਤੋਂ ਲੈ ਕੇ 9 ਵਜੇ ਤੱਕ ਪਹਿਲਾ ਪਹਿਰ, 9 ਵਜੇ ਤੋਂ ਲੈ ਕੇ 12 ਵਜੇ ਤੱਕ ਦੂਜਾ ਪਹਿਰ, 12 ਤੋਂ 3 ਤੱਕ ਤੀਜਾ ਪਹਿਰ, ਤੇ 3 ਵਜੇ ਤੋਂ 6 ਤੱਕ ਫੇਰ ਚੌਥਾ ਪਹਿਰ, ਜਿਹਨੂੰ ਕਿਹਾ ਚੌਥੇ ਪਹਿਰ ਸੁਭਾ ਕੇ ਸੁਰਤਿਆਂ ਉਪਜਿਆ ਚਾਓ, ਤਿੰਨਾਂ ਦਰਿਆਵਾਂ ਸਿਓ ਦੋਸਤੀ, ਮਨ ਮੁਖ ਸਾਚਾ ਨਾਮ। ਜੀਵਨ ਰੂਪੀ ਰਾਤ ਦੇ ਪਹਿਲੇ ਪਹਿਰ ਵਿੱਚ ਹੇ ਵਣਜਾਰੇ ਸੱਜਣ, ਇਹ ਜੀਵ ਜਿਹੜਾ ਹੈ ਹੁਕਮ ਪਾਇਆ ਗਰਬਾਸ, ਪ੍ਰਮਾਤਮਾ ਦੇ ਹੁਕਮ ਅਨੁਸਾਰ ਮਾਤਾ ਦੇ ਗਰਭ ਵਿੱਚ ਵਾਸਾ ਮਿਲਿਆ। ਹੁਣ ਤੇ ਪੁੱਛਨੇ ਆ ਨਾ ਜੀ, ਘਰ ਕਿੱਥੇ ਹੈ, ਕੋਠੀ ਕਿੱਥੇ, ਕਿਹੜੇ ਸ਼ਹਿਰ ਰਹਿੰਦੇ ਹੋ, ਪਹਿਲਾ ਤੇਰਾ ਵਾਸਾ ਤੈਨੂੰ ਕਿੱਥੇ ਮਿਲਿਆ, ਪਹਿਲਾ ਵਸੇਬਾ। ਹੁਣ ਤੇ ਕਹਿੰਦੇ ਇਹ ਵੀ ਘਰ ਛੋਟਾ, ਹੋਰ ਵੱਡਾ ਮਿਲ ਗਿਆ, ਨਹੀਂ ਇਹ ਵੀ ਛੋਟਾ। ਸੱਚ ਤੇ ਇਹ ਹੈ, ਬੰਦੇ ਕੋਲ ਪੈਸੇ ਵੱਧਦੇ ਜਾਣ ਤੇ ਘਰ ਪੂਰਾ ਕਦੀ ਵੀ ਨਹੀਂ ਹੁੰਦਾ ਜ਼ਿੰਦਗੀ ਦੇ ਵਿੱਚ, ਜਿਹੜਾ ਵੀ ਮਿਲ ਜਾਏ ਉਹੀ ਛੋਟਾ ਪੈ ਜਾਂਦਾ। ਇਹ ਕਹਿੰਦਾ, ਇਹ ਨਹੀਂ ਕਹਿੰਦਾ ਘਰ ਛੋਟਾ ਨਹੀਂ, ਘਰ ਨਹੀਂ ਛੋਟਾ, ਪੈਸੇ ਵੱਧ ਗਿਆ, ਧਨ ਜ਼ਿਆਦਾ ਆ ਗਿਆ,
ਲਗਾਏ ਕਿੱਥੇ ਹੁਣ? ਘਰ ਛੋਟੇ, ਫਿਰ ਘਰ ਨਾਮ ਹੀ ਰਹਿਣਾ ਹੋਵੇ ਤੇ ਹੋਰ ਜ਼ਿਆਦਾ ਚਾਹੀਦੇ ਨੇ। ਬੰਦੇ ਸੌਣਾ ਤੇ ਇੱਕ ਚ ਹੀ ਹੈ, ਘਰ ਚ ਨਹੀਂ, ਬਲਕਿ 3.5 हाथ 3 हाथ ਤੇਰੀ ਸੀਮਾ। ਅੱਜ ਤੱਕ ਤੁਸੀਂ ਕੋਈ 2 ਕਮਰਿਆਂ 'ਚ ਇੱਕ ਟਾਈਮ ਤੇ ਸੁੱਤਾ ਵੇਖਿਆ? ਸੌਣਾ ਤੇ ਇੱਕ ਥਾਂ ਤੇ ਹੀ ਹੈ ਨਾ। ਕਿੰਨਾ ਕੁ ਖਾ ਲੈਣਾ, ਲੋੜ ਤੇ ਇੰਨੀ ਜ਼ਿਆਦਾ ਨਹੀਂ, ਪਰ ਛੋਟਾ ਕਿਉਂ ਪੈਂਦਾ? ਅਸਲ ਵਿੱਚ ਧਨ ਵੱਧ ਜਾਏ ਤੇ ਸਭ ਕੁਝ ਛੋਟਾ ਨਾ ਹੋਵੇ ਨਾ। ਮੈਨੂੰ ਯਾਦ ਆਈ ਉਹ ਲੂੰਬੜੀ ਦੀ ਗੱਲ। ਸਵੇਰੇ ਸਵੇਰ ਦਿਨ ਚੜਿਆ, ਕਈ ਵਾਰੀ ਵੇਖਿਆ ਹੋਣਾ ਤੁਸੀਂ, ਆਪਣਾ ਪਰਛਾਵਾਂ ਬੜਾ ਲੰਬਾ ਹੋ ਜਾਂਦਾ। ਲੂੰਬੜੀ ਨੇ ਵੇਖਿਆ ਕਿ ਕਈ ਮੀਟਰ ਲੰਬਾ ਉਹਦਾ ਪਰਛਾਵਾਂ, ਕਹਿਣ ਲੱਗੀ ਆਹਾ ਅੱਜ ਤੇ ਨਾਸ਼ਤੇ ਵਾਸਤੇ ਊਠ ਜਾਈਦਾ ਘੱਟੋ ਘੱਟ। ਲੂੰਬੜੀ ਵੇਖਿਆ ਪਰਛਾਵਾਂ, ਊਠ ਚਾਹੀਦਾ, ਕੁਛ ਵੀ ਨਾ ਮਿਲਿਆ। ਸੂਰਜ ਸਿਰ ਤੇ ਆ ਗਿਆ, ਪਰਛਾਵਾਂ ਪੈਰਾਂ 'ਚ ਆ ਗਏ। ਕਹਿਣ ਲੱਗੀ ਊਠ ਦੀ ਛੱਡੋ, ਹੁਣ ਤੇ ਚਿੜੀ ਵੀ ਮਿਲ ਜਾਏ ਤਾਂ ਵੀ ਕੰਮ ਚੱਲ ਜਾਏਗਾ। ਬੰਦੇ ਇਹ ਜ਼ਿਆਦਾ ਤੈਨੂੰ ਜਾਪਦਾ ਨਾ, ਜਿਹੜਾ ਘਰ ਛੋਟਾ ਹੈ ਅਸਲ ਵਿੱਚ ਪਰਛਾਵਾਂ ਵੱਡਾ ਹੋ ਗਿਆ ਤੇ ਪਰਛਾਵਾਂ ਢਲ ਜਾਣਾ। ਇਹ ਨਦਰ ਪੱਠੇ ਜੇ ਕਰੇ ਸੁਲਤਾਨਾ ਕਹਾ ਕਰਾਂਦਾ। ਮੈਂ ਹੁਣੇ ਤੁਹਾਨੂੰ ਸੁਣਾਈ, ਉਹ ਬਹਾਦਰ ਸ਼ਾਹ ਜ਼ਫਰ ਇੱਥੇ ਮਹਿਫਲਾਂ ਲੱਗਦੀਆਂ ਸਨ, ਪਰ ਰੋਣ ਵਿੱਚ ਕੈਦ ਅੰਗਰੇਜ਼ਾਂ ਦੀ ਵਿੱਚ ਕਹਿੰਦਾ, ਲੱਗਤਾ ਨਹੀਂ ਹੈ ਦਿਲ ਮੇਰਾ ਉਜੜੇ दयार में, किसकी बनी है आलमे न पायदार में, इन हसरतों से कह दो कहीं और जा बसे, इतनी जगह कहाँ है दिले दागदा। ਹੁਣ ਤੇ ਕਹਿਣਾ ਹੀ ਹੈ। ਪਰਛਾਵਾਂ ਛੋਟਾ ਹੋ ਗਿਆ। ਬੰਦੇ ਪਰਛਾਵਾਂ ਵੇਖ ਕੇ ਐਵੇਂ ਹੰਕਾਰ ਨਾ ਕਰ ਸੱਜਣ, ਉਹ ਬਣ ਜਾ ਰਿਹਾ। ਸੁਣ, ਤੇਰਾ ਵਾਸਾ ਪਹਿਲਾਂ ਕਿੱਡੀ ਕੁ ਵੱਡੀ ਕੋਠੀ ਸੀ, ਕਿੰਨਾ ਕੁ ਤੇਰਾ ਬੰਗਲਾ ਸੀ, ਕਿੰਨੇ ਕੁ ਦੇਸ਼ਾਂ ਦਾ ਮਾਲਕ ਸੀ। ਹੁਕਮ ਪਿਆ ਗਰਭਾਸ, ਇੱਕ ਮਾਸ ਦਾ ਲੋਥੜਾ ਮਾਤਾ ਦੇ ਗਰਭ ਵਿੱਚ, ਉਹ ਹੁਕਮ ਦੁਆਰਾ ਗਰਭ ਵਿੱਚ ਵਾਸਾ ਮਿਲਿਆ, ਗਰਭ ਵਿੱਚ ਪਿਆ। ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ, ਹੇ ਵਣਜਾਰੇ ਸਜਨ, ਇਹ ਜੀ ਪੁੱਠਾ ਲਟਕ ਕੇ ਤਪ ਕਰਦਾ, ਖਸਮ ਸੇਤੀ ਅਰਦਾਸ। ਜੇ ਇਹ ਵੀ ਕਹਦੇ ਹਾਂ ਤੇ ਚੰਗਾ ਹੋਵੇਗਾ। ਅੱਜ ਤੇ ਤੁਹਾਡੀ ਮਰਿਆਦਾ ਅਰਦਾਸ ਕਿਵੇਂ ਕਰਨੀ? ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਕਿ ਖਲੋ ਕੇ ਕਰਨੀ ਹੈ, ਹੱਥ ਜੋੜ ਕੇ ਕਰਨੀ। ਜਿਸ ਨਾਲ ਜ਼ੋਰ ਨਾ ਚੱਲੇ ਖੜੇ ਕੀਚੈ ਅਰਦਾਸ, ਤੇ ਨਾਲ ਕਿਹਾ ਦੋਏ ਕਰ ਜੋੜ ਕਰੀ ਅਰਦਾਸ, ਤੁਧ ਭਾਵੈ ਤਾਂ ਆਣੇ ਰਾਸ। ਪਰ ਪਹਿਲੀ ਅਰਦਾਸ ਕਿਵੇਂ ਕੀਤੀ ਯਾਦ ਹੈ? ਪੁੱਠੇ ਲਟਕ ਕੇ ਕਹਿੰਦੇ ਨੇ, ਉਰਦ ਤਪੇ ਅੰਤਰ ਕਰੇ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ। ਉਲਟਾ ਹੋ ਕੇ ਤਪ ਕਰ ਰਿਹਾ ਸੀ। ਬਹੁਤ ਸਾਰੇ ਸਾਧੂ ਮੈਂ ਮਿਲਿਆ, ਕੁਝ ਬੰਦਿਆਂ ਨੂੰ ਐਸਿਆਂ ਨੂੰ ਪੁੱਛਿਆ ਵੀ ਕਿ ਮੈਂ ਸੁਣਿਆ ਤੁਸੀਂ ਕਈ ਘੰਟੇ ਆ ਰੱਸਾ ਬੰਨਿਆ, ਰੁੱਖ ਨਾਲ ਮੈਂ ਵੇਖਿਆ ਰੱਸਾ ਬੰਨਿਆ, ਪੁੱਠੇ ਲਟਕ ਕੇ ਤੁਸੀਂ ਪੈਰ ਬੰਨ ਕੇ ਤਪ ਕਰਦੇ ਹੋ, ਕਿਸ ਵਾਸਤੇ? ਇੱਕ ਨੇ ਸਿਰਫ ਠੀਕ ਜਵਾਬ ਦਿੱਤਾ, ਬਾਕੀ ਤੇ ਫਲ ਹੁੰਦਾ ਹੈ ਜੀ, ਗੱਲ ਕੋਈ ਨਹੀਂ ਉਹਨੂੰ ਆਈ। ਇੱਕ ਨੇ ਠੀਕ ਕਹਿਣ ਲੱਗਾ, ਸੁਣਿਆ ਸੀ ਕਿ ਮਾਤਾ ਦੇ ਗਰਭ ਵਿੱਚ ਬੱਚਾ ਪੁੱਠਾ ਲਟਕਿਆ ਸੀ ਤੇ ਲਿਵ ਜੁੜੀ ਸੀ। ਇਹ ਮੈਂ ਲਟਕਣਾ ਪਿਆ ਇਸ ਲਈ ਕਿ ਕਿਤੇ ਫੇਰ ਉਹ ਲਿਵ ਜੁੜ ਜਾਏ। ਮੈਨੂੰ ਭਾਵਨਾ ਉਹਦੀ ਚੰਗੀ ਲੱਗੀ, ਪਰ ਮੈਂ ਉਹਨੂੰ ਕਿਹਾ ਉਹ ਸੀ ਪ੍ਰਕਿਰਤਕ ਘਟਨਾ, ਹੁਣ ਤੂੰ ਲਟਕੇ ਜਾਣ ਕੇ। ਮੇਰੇ ਗੁਰੂ ਕਹਿੰਦੇ ਨੇ ਸਰੀਰ ਪੁੱਠਾ ਲਟਕਾਉਣ ਦੀ ਲੋੜ ਨਹੀਂ, ਸੁਰਤ ਸਿੱਧੀ ਕਰ। ਜਿਵੇਂ ਕਿਹਾ ਕਹੋ ਕਬੀਰ ਬੁੱਧ ਹਿਰ ਲਈ ਮੇਰੀ, ਬੁੱਧ ਬਦਲੀ ਸਿੱਧ ਪਾਈ। ਪੁੱਠੇ ਕੰਮ ਸਿੱਧੇ ਕਰ। ਇਹ ਜੋ ਪੁੱਠਾ ਹੈ ਨਾ ਇਹਨੂੰ ਸਿੱਧਾ ਕਰ। ਗੁਰ ਕੀ ਮਤ ਤੂੰ ਲੈ ਜਾਣੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਪਹਿਲੀ ਅਰਦਾਸ ਕੀਤੀ ਪੁੱਠੇ ਲਟਕ ਕੇ। ਉਸ ਵੇਲੇ ਮਾਲਕ ਨਾਲ ਜੁੜਿਆ ਸੀ, ਖਸਮ ਸੇਤੀ ਅਰਦਾਸ ਵਖਾਣ। ਉਰਦ ਧਿਆਨ ਲਿਵ ਲੱਗਾ, ਹੈ ਤੇ ਉਲਟਾ ਸੀ, ਪਰ ਧਿਆਨ ਲੱਗਾ ਸੀ, ਲਿਵ ਲੱਗੀ ਹੋਈ ਸੀ। ਇਹ ਟੁੱਟੀ ਕਦੋਂ? ਟੁੱਟੀ ਹੈ ਜੈਸੀ ਅਗਨ ਉਦਰ ਮਹਿ, ਤੈਸੀ ਬਾਹਰ ਮਾਇਆ। ਮਾਇਆ ਅਗਨ ਸਭ ਇੱਕੋ ਜਿਹੀ, ਕਰਤੇ ਖੇਲ ਰਚਾਇਆ। ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਭਾਇਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਅਸਲ ਵਿੱਚ ਕੁਛ ਵੇਖਣ ਨਾਲ, ਇਹ ਮੈਂ ਕਹਿ ਨੇਰਾ ਨਹੀਂ ਰਿਹਾ ਤੇ ਤੁਸੀਂ ਸੁਣ ਨਹੀਂ ਰਹੇ,
ਇਹਨੂੰ ਅਨੁਭਵ ਕਰਨਾ ਕਿ ਠੀਕ ਹੈ ਕਿ ਗਲਤ ਹੈ। ਜਿਸ ਵੇਲੇ ਅਸੀਂ ਬਾਹਰ ਵੇਖਨੇ ਆ ਨਾ, ਬਾਹਰ ਅੱਖਾਂ ਹੀ ਨਹੀਂ ਵੇਖਦੀਆਂ, ਧਿਆਨ ਵੀ ਬਾਹਰ ਖਿੰਡਦਾ, ਮਨ ਬਾਹਰ ਜਾਂਦਾ। ਵੇਖਣ ਨਾਲ ਮਨ ਬਾਹਰ ਜਾਂਦਾ। ਜੋ ਵੇਖੋ ਅੱਖਾਂ ਰਾਹੀਂ ਧਿਆਨ ਬਾਹਰ ਗਿਆ। ਸੁਣਨ ਨਾਲ ਕੰਨ ਹੀ ਨਹੀਂ ਸੁਣਦੇ, ਧਿਆਨ ਵੀ ਖਿੰਡਦਾ। ਇਸੇ ਤਰ੍ਹਾਂ ਸੁਣਨ ਨਾਲ ਇੰਦਰੀਆਂ ਨੇ ਹੀ ਧਿਆਨ ਖਿੰਡਦਾ। ਪਰ ਉਸ ਵੇਲੇ ਅਜੇ ਤੇ ਅੱਖ ਵੀ ਨਹੀਂ ਸੀ ਖੁੱਲੀ, ਕੰਨ ਵੀ ਕੁਛ ਨਹੀਂ ਸਨ ਸੁਣਦੇ, ਜ਼ੁਬਾਨ ਬੋਲਣ ਜੋਗੇ ਨਹੀਂ ਸੀ, ਹੱਥ ਕੁਝ ਕਰਨ ਜੋਗੇ ਨਹੀਂ ਸੀ। ਅਰਦਾਸ ਕਿਵੇਂ ਹੁੰਦੀ ਸੀ? ਬਾਣੀ ਦੇ 4 ਭੇਦ ਕਹੇ ਨੇ ਵਿਦਵਾਨਾਂ, ਕਿਹੜੇ? ਪਰਾ, ਪਸੰਤੀ, ਮਧਮਾ, ਬੈਖਰੀ। ਆ ਮੈਂ ਬੋਲ ਰਿਹਾ ਇਹਨੂੰ ਕਿਹਾ ਬੈਖਰੀ, ਗਲੇ ਚ ਆ ਗਈ ਗੱਲ, ਗੱਲ ਕਰਨ ਨੂੰ ਕਰ ਰਿਹਾ ਇਹਨੂੰ ਕਿਹਾ ਮਧਮਾ, ਹਿਰਦੇ ਚ ਹੈ ਵਿਚਾਰ ਬਣ ਗਿਆ ਪਰ ਅਜੇ ਗੱਲ ਨਹੀਂ ਬਣੀ ਪਸੰਤੀ, ਪਰ ਉਸ ਤੋਂ ਵੀ ਥੱਲੇ ਹਾਲੀ ਵਿਚਾਰ ਵੀ ਨਹੀਂ, ਸੁਰਤ ਹੈ, ਉਸ ਨੂੰ ਕਿਹਾ ਪਰਾ। ਉਸ ਵੇਲੇ ਅਰਦਾਸ ਹੋ ਰਹੀ ਸੀ ਸੁਰਤ ਰਾਹੀਂ, ਸ਼ਬਦ ਕੋਈ ਨਹੀਂ ਸੀ। ਉਸ ਵੇਲੇ ਇਹ ਨਹੀਂ ਸੀ ਕਹਿ ਸਕਦਾ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ, ਨਹੀਂ। ਉਸ ਵੇਲੇ ਕੀ ਸੀ? ਸਿਰਫ ਸੁਰਤ ਸੀ, ਪ੍ਰਮਾਤਮਾ ਨਾਲ ਜੁੜੇ ਹੋਏ ਸੀ, ਕਿਉਂਕਿ ਤੋੜਨ ਵਾਸਤੇ ਕੁਝ ਨਹੀਂ ਸੀ। ਨਾ ਅੱਖਾਂ ਰਾਹੀਂ ਕੁਝ ਤੋੜਨ ਲਈ ਸੀ, ਨਾ ਕੰਨਾਂ ਰਾਹੀਂ, ਨਾ ਕੋਈ ਕਰਮ ਕਰ ਸਕਦਾ ਸੀ, ਪੁੱਠਾ ਲਟਕਿਆ ਸੀ, ਪਰ ਧਿਆਨ ਜੁੜਿਆ ਹੋਇਆ ਸੀ। ਨਾ ਮਰਜ਼ਾਦ ਆਇਆ ਕਲ ਭੀਤਰ ਬਹੁੜ ਜਾਸੀ ਨਾਗਾ। ਨਾ ਮਰਜ਼ਾਦਾ ਹੈ ਕਿ ਤਨ ਕੱਜ ਕੇ ਤੁਰੋ। ਬੰਦਾ ਇਸ ਯੋਗ ਨਹੀਂ ਕਿ ਨਗਨ ਤੁਰ ਸਕੇ। ਪਸ਼ੂ ਪੰਛੀ ਇਸ ਯੋਗ ਨੇ। ਇੱਕ ਬੇਨਤੀ ਹੋਰ ਕਰਾਂ, 6 ਮਹੀਨੇ ਦਾ ਬੱਚਾ ਹੋਵੇ ਨਗਨ ਕੋਈ ਬੁਰਾ ਨਹੀਂ ਲੱਗਦਾ। ਛੋਟਾ ਬੱਚਾ ਨਗਨ ਵੀ ਬੜਾ ਬੰਦਾ ਕਿਉਂ ਲੱਗਦਾ? ਇਸੇ ਸ਼ਹਿਰ ਦੇ ਵਿੱਚ ਗੁਰਦੁਆਰਾ ਸੀਸਗੰਜ ਦੇ ਨੇੜੇ ਹੀ ਹੈ ਜਾਮਾ ਮਸਜਿਦ, ਜਿੱਥੇ ਸਰਮਦ ਨੂੰ ਕਤਲ ਕੀਤਾ ਗਿਆ ਸੀ। ਨਗਨ ਰਹਿੰਦਾ ਸੀ, ਤੁਰਿਆ ਫਿਰਦਾ ਸੀ। ਔਰੰਗਜ਼ੇਬ ਨੇ ਬੁਲਾ ਕੇ ਚੇਚਾ ਕਿਹਾ, ਤੈਨੂੰ ਲੱਜਿਆ ਨਹੀਂ ਆਉਂਦੀ? ਸ਼ਰਅ ਵਿੱਚ ਨਗਨ ਰਹਿਣਾ ਗੁਨਾਹ ਹੈ ਤੇ ਤੂੰ ਕੀ ਕਰਨਾ ਹੈ? ਕਿਉਂ ਨਹੀਂ? ਚੋਲਾ ਇੱਕ ਦੇ ਦਿੱਤਾ, ਰੇਸ਼ਮੀ ਲੈ ਪਾ। ਕਹਿਣ ਲੱਗਾ ਠੰਡ ਲੱਗਦੀ, ਥੋੜੀ ਅੱਗ ਚਾਹੀਦੀ ਹੈ। ਤੇ ਬਾਦਸ਼ਾਹ ਦੇ ਇਸ਼ਾਰੇ ਤੇ ਇੱਕ ਨੌਕਰ ਅੰਗੀਠੀ ਲਾਇਆ, ਉਹਨੇ ਚੋਲਾ ਉੱਤੇ ਰੱਖਿਆ, ਫੂਕ ਮਾਰੀ, ਉਹ ਸੜ ਗਿਆ। ਕਹਿਣ ਲੱਗਾ ਇਹ ਕੀ ਕੀਤਾ? ਕਹਿਣ ਲੱਗਾ ਮੈਂ ਨਹੀਂ ਕੀਤਾ, ਉਸਨੇ ਕੀਤਾ। ਤੇ ਨਗਨ ਕਿਉਂ ਰਹਿਣਾ? ਗੱਲ ਬੜੀ ਸੁੰਦਰ ਕਹੀ। ਕਹਿਣ ਲੱਗਾ ਪੋਸ਼ਾਨੰਦ ਲਿਬਾਸ ਹਰ ਕੇਰਾ ਐਬੇ ਦੇਤ ਬੇਅਬਾਂ ਰਾ ਲਿਬਾਸ ਉਰਿਆਨੀ ਦਾਤ। ਜਿਨ੍ਹਾਂ ਦੇ ਅੰਦਰ ਗੁਨਾਹ ਨੇ ਉਹਨਾਂ ਨੂੰ ਕੱਜਣ ਦੀ ਲੋੜ ਹੈ। ਜਿੱਥੋਂ ਗੁਨਾਹ ਮੁੱਕ ਗਏ ਨੇ ਉੱਥੇ ਕੱਜਣ ਦੀ ਲੋੜ ਕੋਈ ਨਹੀਂ। ਗੱਲ ਉਸ ਦੀ ਠੀਕ ਸੀ, ਪਰ ਬੰਦੇ ਵਿੱਚ ਤੇ ਇੰਨੀਆਂ ਵਾਸ਼ਨਾਵਾਂ ਨੇ, ਬੰਦਾ ਤੇ ਕੱਜੇ। ਮਰਿਆਦਾ ਬਣਾ ਦਿੱਤੀ ਗੁਰੂ ਸਾਹਿਬ ਨੇ, ਮਰਿਆਦਾ ਬਣਾਈ। ਇੱਕ ਕੱਪੜਾ ਉਸ ਦਾ ਤਿਆਗ ਤੇ ਕਦੀ ਵੀ ਨਹੀਂ ਕਰਨਾ। ਕਸ਼ਹਿਰਾ ਜਿਸ ਨੂੰ ਕਿਹਾ ਰਹਿਤ ਦਾ ਅੰਗ ਬਣਾ ਦਿੱਤਾ। ਉਹਨਾਂ ਨੇ ਕਿਹਾ ਪਰ ਤੂੰ ਨਗਨ ਆਇਆ, ਸੰਸਾਰ 'ਚ ਮਰਿਆਦਾ ਤੋਂ ਉਲਟ ਆਇਆ ਤੇ ਫਿਰ ਨਗਨ ਜਾਏਗਾ। ਨਾ ਮਰਜ਼ਾਦ ਆਇਆ ਕਲ ਭੀਤਰ ਬਹੁੜ ਜਾਸੀ ਨਾਗਾ। ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀੜੇ ਪਾਸ। ਵੈਸੇ ਦੌੜ ਭੱਜ ਬਹੁਤ ਕਰਦਾ ਹੈ, ਇਹਨੂੰ ਪਤਾ ਨਹੀਂ ਮੈਂ ਕਰ ਰਿਹਾ ਤੇ ਮੈਂ ਸਮਝਦਾ ਮੈਂ ਕਰ ਰਿਹਾ, ਡੋਰ ਕਿਸੇ ਹੋਰ ਦੇ ਹੱਥ ਵਿੱਚ ਹੈ। ਇੱਥੇ ਇੱਕ ਮੈਂ ਦ੍ਰਿਸ਼ਟਾਂਤ ਦੇ ਦਿਆਂ। ਅਸੀਂ ਕਈ ਵਾਰੀ ਮਹਿਸੂਸ ਕਰਨੇ ਆ ਮੈਂ ਬੋਲਣ ਵਿੱਚ ਸੁਤੰਤਰ ਹਾਂ, ਮੈਂ ਜਾਣ ਵਿੱਚ ਵਾਕਈ ਮੈਂ ਪਿਛਲੇ ਪਾਸੇ ਨੂੰ ਤੁਰ ਪਵਾਂ, ਅੱਗੇ ਤੁਰ ਪਵਾਂ, ਇੱਧਰ ਤੁਰ, ਲੱਤਾਂ ਜਾਂਦੀਆਂ ਨੇ, ਮੈਂ ਤੁਰਨ ਲਈ ਸੁਤੰਤਰ ਹਾਂ। ਮੈਂ ਭਾਵੇਂ ਗਾਲੀਆਂ ਦੇਵਾਂ, ਭਾਵੇਂ ਵਾਹਿਗੁਰੂ ਵਾਹਿਗੁਰੂ ਜਪਾਂ, ਮੈਂ ਸੁਤੰਤਰ ਹਾਂ। ਮੈਂ ਖੱਬੇ ਵੇਖਾਂ ਸੱਜੇ ਵੇਖਾਂ, ਮੈਂ ਸੁਤੰਤਰ ਹਾਂ। ਪਰ ਕਿੰਨਾ ਕੁ? ਜਿਵੇਂ 100 ਮੀਟਰ ਡੋਰੀ ਹੋਵੇ ਤੇ ਪੰਖੀ ਦੀ ਲੱਤ ਨੂੰ ਵੱਜੀ ਹੋਵੇ, ਉੱਡ ਸਕਦਾ ਹੈ ਪਰ 100 ਮੀਟਰ ਹੀ ਉੱਡੇਗਾ, ਉਸ ਤੋਂ ਜ਼ਿਆਦਾ ਨਹੀਂ, ਕਿਉਂਕਿ ਡੋਰੀ ਵੱਜੀ ਹੋਈ ਹੈ। ਅਸੀਂ ਵੀ ਜੋ ਚੱਲਦੇ ਹਾਂ, ਕਰਦੇ ਹਾਂ, ਵੇਖਦੇ ਹਾਂ, ਡੋਰੀ ਉਸ ਦੇ ਹੱਥ ਵਿੱਚ ਹੈ, ਉਸ ਤੋਂ ਜ਼ਿਆਦਾ ਉਡਾਰੀ ਨਹੀਂ। ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਹੱਥ ਤੁਮਾਰੇ। ਜੇ ਕਰਾਵੈ ਸੋ ਕਰਨਾ ਨਾਨਕ ਦਾਸ ਤੇਰੀ ਸਰਨਾ ਬੰਦੇ। ਇਹ ਜੋ ਵੀ ਕਰ ਰਹੇ ਆ,
ਜੋ ਤੈਨੂੰ ਮਿਲਿਆ ਇਹ ਡੋਰ ਉਸ ਦੇ ਹੱਥ ਵਿੱਚ ਹੈ। ਵਦੀ ਸੋ ਵਜਗ ਨਾਨਕਾ ਸੱਚਾ ਵੇਖੈ ਸੋਏ, ਸਭਨੀ ਛਾਲਾਂ ਮਾਰੀਆਂ ਕਰਤਾ ਕਰੈ ਸੋ ਹੋਏ। ਬੰਦਾ ਕਈ ਵਾਰੀ ਦੌੜ ਭੱਜ ਬਹੁਤ ਕਰਦਾ ਪਰ ਇਹਦਾ ਸੋਨਾ ਵੀ ਮਿੱਟੀ ਹੋ ਜਾਂਦਾ। ਇੱਕ ਗ੍ਰੰਥ ਹੈ ਪੁਰਾਤਨ ਭਾਵਰ ਸਮਰਤ, ਮੈਨੂੰ ਉਸ ਦਾ ਇੱਕ ਸਵਈਆ ਯਾਦ ਆਇਆ। ਧਨ ਪਾਵਨ ਕੋ ਜੋ ਜਹਾਜ਼ ਰਚੇ ਬਿਨ ਭਾਗਣ ਤੇ ਜਲ ਸਿੰਧ ਬੁੜਾਏ। ਸਭ ਕੁਝ ਵੇਚ ਵਟ ਕੇ ਸ਼ਿਪ ਬਣਾ ਲਿਆ ਕਿ ਜਹਾਜ਼ ਬਣਾਵਾਂ, ਸਮੁੰਦਰ ਵਿੱਚ ਚਲਾਵਾਂਗਾ, ਭਾਗ ਮੰਦੇ ਉਹ ਜਹਾਜ਼ ਹੀ ਡੁੱਬ ਗਿਆ, ਸਭ ਕੁਝ ਡੁੱਬ ਗਿਆ। ਧਨ ਪਾਵਨ ਕੋ ਜੋ ਜਹਾਜ਼ ਰਚੇ ਬਿਨ ਭਾਗਣ ਤੇ ਜਲ ਸਿੰਧ ਬੁੜਾਈ। ਸੋ ਖਣੇ ਬਬਾਰਨ ਭੂਮ ਘਣੀ। ਪਹਾੜੀਆਂ ਲੈ ਕੇ ਠੇਕੇ ਤੇ ਖੋਦਣੀਆਂ ਸ਼ੁਰੂ ਕੀਤੀਆਂ, ਹੀਰੇ ਨਿਕਲਣਗੇ, ਕੌਡੀ ਵੀ ਨਹੀਂ ਨਿਕਲੀ। ਧਨ ਤੇ ਨੇ ਏਕ ਵਿਰਾਟਕ ਪਾਈ। ਨਿਰਪਕੀ ਕਰਿਆ ਇਸ ਸੇਵ ਕਰੀ। ਰਾਜੇ ਦੀ ਸੇਵਾ ਕਰਾਂ, ਫੌਜ ਭਰਤੀ ਹੋ ਜਾਵਾਂ, ਜਗੀਰ ਮਿਲੇਗੀ। ਫਿਰ ਸੰਗਰ ਮਾਹੇ ਸੁਹੰਗ ਤੁਰਾਈ। ਲੱਤਾਂ ਬਾਹਾਂ ਤੁੜਾਇਆ, ਉਲਟਾ ਉਹਨਾਂ ਫੌਜ ਚੋਂ ਹੀ ਕੱਢ ਦਿੱਤਾ, ਕੋਈ ਦੋਸ਼ ਲੱਗ ਗਿਆ। ਬਿਦ ਲੋਕੇ ਜੋ ਜਬ ਦੌਰ ਫਿਰੇ, ਫਲ ਪਾਵਤ ਨਾ ਬਿਨ ਭਾਗ ਸਹਾਇ। ਭਾਗ ਸਹਾਇਤਾ ਨਾ ਕਰਨ ਤੇ ਭਾਗ ਬਣਦੇ ਨੇ ਉਸ ਪ੍ਰਮਾਤਮਾ ਤੋਂ। ਵੈਸੇ ਇੱਕ ਗੱਲ ਇੱਥੇ ਹੋਰ ਆ ਗਈ, ਇਸ ਗੁਰ ਨਾਲ ਈਰਖਾ ਮੁੱਕ ਸਕਦੀ ਹੈ। ਜਿਹੜਾ ਸਾੜਾ ਦੂਸਰੇ ਨਾਲ ਕਰਨੇ ਆ, ਈਰਖਾ ਕਰਨੇ ਆ, ਦੁਆਇਸ਼ ਕਰਨੇ ਆ, ਇਹਨੂੰ ਮਿਲ ਗਿਆ, ਇਸ ਨੂੰ ਮਿਲ ਗਿਆ। ਗੁਰੂ ਨਾਨਕ ਦੇਵ ਕਹਿੰਦੇ ਨੇ ਤੂੰ ਰੱਬ ਦੀ ਕਲਮ ਕਿਉਂ ਨਹੀਂ ਵੇਖਦਾ ਜੋ ਮੱਥੇ ਤੇ ਚੱਲੀ ਹੈ। ਦੇਣ ਵਾਲਾ ਦੇ ਰਿਹਾ। ਗੁਰੂ ਗੋਬਿੰਦ ਸਿੰਘ ਨੇ ਇੱਕ ਵਾਰੀ ਕਿਹਾ ਸੀ, ਭਾਈ ਸਾਹਿਬ ਨੇ ਬੜਾ ਸੁੰਦਰ ਲਿਖਿਆ, ਕਹਿਣ ਲੱਗੇ ਸੁਣੋ ਭਾਈ, ਪਰ ਸੁਖ ਪਿਖੇ ਔਰ ਤਪਤੋ ਨਾਹੀ। ਪਰਾਇਆ ਸੁਖ ਵੇਖ ਕੇ ਸਾੜਾ ਨਾ ਕਰੋ। ਘਰ ਚੰਗਾ ਬਣ ਗਿਆ, ਖੁਸ਼ ਹੋ, ਰੱਬਾ ਇਹਨੂੰ ਦਿੱਤਾ ਸਭ ਨੂੰ ਦੇ। ਗੱਡੀ ਕਿਸੇ ਦੀ ਚੰਗੀ ਵੇਖ ਕੇ ਖੁਸ਼ ਹੋ, ਆਖ ਸਭ ਨੂੰ ਦੇ। ਪਰ ਸੁਖ ਪਿਖੇ ਔਰ ਤਪਤੋ ਨਾਹੀ। ਪਾਪ ਵਿਅਰਥ ਹੋਤ ਸਿਰ ਤਾਹੀ। ਐਵੇਂ ਪਾਪ ਸਿਰ ਤੇ ਚੜਦਾ। ਇੱਕ ਤੋਂ ਹਿਰਦਾ ਤਪੈ ਦੁੱਖ ਪਾਵੇ, ਪਿਖੋ ਭਲੇ ਕੁਛ ਹੱਥ ਨਾ ਆਵ। ਹਿਰਦਾ ਤਪਦਾ, ਦੁੱਖ ਬੰਦਾ ਪਾਉਂਦਾ, ਤੇ ਹੱਥ ਵਿੱਚ ਕਿਸੇ ਦੀ ਗੱਡੀ ਮੈਨੂੰ ਮਿਲ ਚੱਲੀ। ਘਰ ਕਿਸੇ ਦਾ ਤੇ ਈਰਖਾ ਨਾਲ ਕਿ ਮੇਰੇ ਨਾ ਹੋ ਜਾਏਗਾ। ਪੁੰਨ ਪਰਮੇਸ਼ਰ ਕੋਪ ਕਰੰਤਾ, ਮੋਹਿ ਦਇਓ ਤਕੇ ਜਰੰਤਾ। ਪਰਮਾਤਮਾ ਵੀ ਨਾਰਾਜ਼ ਹੁੰਦਾ ਕਿ ਮੈਂ ਦੇ ਰਿਹਾ, ਇਹ ਸੜ ਰਿਹਾ। ਰੱਬ ਦੇਣ ਵਾਲਾ ਹੋਵੇ। ਇੱਕ ਪੰਕਤੀ ਹੈ, ਤੇਰੀ ਬਖਸ਼ ਨਾ ਮੇਟੈ ਕੋਈ, ਸਤਿਗੁਰ ਕਾ ਦੇ ਲਾਸਾ। ਕੌਣ ਹੈ ਜੋ ਰੋਕ ਸਕੇ? ਤੂੰ ਬਖਸ਼ਿਸ਼ ਕਰਨੀ ਚਾਹੇ, ਤੇਰੀ ਬਖਸ਼ ਨਾ ਮੇਟੈ ਕੋਈ, ਸਤਿਗੁਰ ਕਾ ਦੇ ਲਾਸਾ। ਜੈਸੀ ਕਲਮ ਉੜੀ ਹੈ ਮਸਤਕ ਤੈਸੀ ਜੀੜੇ ਪਾਸ। ਜਿਹੋ ਜੀ ਕਲਮ ਚੱਲੀ ਹੈ ਉਸ ਮਾਲਕ ਦੀ, ਉਹ ਜੋ ਜੀਵ ਦੇ ਪਾਸ ਹੈ। ਉਸ ਕਲਮ ਨੇ ਜੋ ਲਿਖਿਆ ਉਹ ਦੁੱਖ ਸੁੱਖ ਸਾਰੇ ਆ ਗਏ। ਕਹੋ ਨਾਨਕ ਪ੍ਰਾਨੀ ਪਹਿਲੇ ਪਹਿਰੇ ਹੁਕਮ ਪਿਆ ਗਰਬਾਤ। ਕਹੈ ਨਾਨਕ ਤੇ ਕਹੋ ਨਾਨਕ ਦਾ ਫਰਕ ਚੇਤੇ ਰੱਖਣਾ। ਕਹੋ ਨਾਨਕ ਦਾ ਅਰਥ ਹੈ ਸਮਝਾ ਦੇ, ਦੂਸਰਿਆਂ ਨੂੰ ਕਹਿ ਦੇ, ਇਹ ਗੱਲ ਆਖ। ਇਹ ਭਾਈ, ਇਹ ਪ੍ਰਾਣੀ ਜਿਹੜਾ ਪਹਿਲੇ ਪਹਿਰ ਵਿੱਚ ਮਾਤਾ ਦੇ ਗਰਭਵਾਸ ਵਿੱਚ ਪੈ ਗਿਆ। प्रथमे गर्भ माता के वासा ऊहा छोड़ धरन में आया। ये माता दे गर्भ में से जन्म होया। भाई गुरदास जी ने एक बचन बड़ा सुंदर लिखे है, बेनती करके विचारां नूं संकोचां समा होण वाला। बच्चा जमदा रोया। हुण अपने अपने विचार ने। किसी डॉक्टर नूं पुछो, कहंदा शरीर दा सिस्टम अपना शुरू होया, फेफड़े खुले, ये श्वास लैन लगा, तकलीफ हुई है, रोया। बच्चा पहले मां दे नाल जी रहा सी, नाड़ूआ कटिया गया, इहदा अपना शुरू होया, रो रहा। भाई गुरदास अध्यात्मवादी ने उन्हां दी व्याख्या कुछ होर है। वो कहते ने रोवा रतन गवाए कह माया मोह अनेर गुबारा। वो रोवा दुख अपना, हस हस गावे सब परवारा।
ਉਹ ਆਪਣਾ ਦੁੱਖ ਰੋਂਦਾ ਹੈ ਕਿ ਮੈਂ ਰੱਬ ਨਾਲੋਂ ਵਿਛੜ ਗਿਆ, ਮੇਰਾ ਧਿਆਨ ਟੁੱਟ ਗਿਆ। ਪਰਿਵਾਰ ਖੁਸ਼ੀਆਂ ਮਨਾ ਰਹੇ ਹੈ, ਸਤਿਗੁਰੂ ਕਹਿੰਦੇ ਨੇ ਸੁਚੇਤ ਹੋ ਜਾ। ਜੇ ਤੂੰ ਜਨਮ ਪ੍ਰਤੀ ਸੁਚੇਤ ਹੋ ਜਾਏ। ਹੁਣ ਇੱਥੇ ਇੱਕ ਬੇਨਤੀ ਹੋਰ ਕਰਾਂ, ਜਨਮ ਦਾ ਜਿੰਨੇ ਤੁਸੀਂ ਬੈਠੇ ਹੋ ਵਿੱਚੇ ਮੈਂ ਕਿਸੇ ਨੂੰ ਵੀ ਸਾਨੂੰ ਅਨੁਭਵ ਨਹੀਂ, ਕਿਉਂਕਿ ਜਨਮ ਵੇਲੇ ਸਾਨੂੰ ਹੋਸ਼ ਹੀ ਨਹੀਂ ਸੀ। ਜਨਮ ਤੇ ਅਸੀਂ ਸੁਣਿਆ, ਦੂਸਰਿਆਂ ਕੋਲੋਂ ਸੁਣਿਆ ਤੇਰਾ ਜਨਮ ਹੋਇਆ, ਮਾਂ ਬਾਪ ਕੋਲੋਂ ਸੁਣਿਆ, ਦੂਸਰਿਆਂ ਕੋਲੋਂ ਜਨਮ ਹੋਇਆ। ਜਨਮ ਵੇਲੇ ਤੇ ਹੋਸ਼, ਮਰਨ ਵੇਲੇ ਬੰਦਾ ਫਿਰ ਬੇਹੋਸ਼ ਹੋ ਜਾਂਦਾ। ਮਰਨ ਦੀ ਵੀ ਇਹਨੂੰ ਕੋਈ ਅਨੁਭਵ ਨਹੀਂ, ਜਨਮ ਦਾ ਵੀ ਕੋਈ ਨਹੀਂ, ਪਰ ਸੁਣਿਆ ਤੇ ਹੈ ਨਾ। ਜੋ ਸੁਣਿਆ ਉਹਨੂੰ ਧਿਆਨ ਨਾਲ ਸਮਝ। ਕਵਨ ਮੂਲ ਤੇ ਮਨ ਕਰਿਆ ਇਹ ਪ੍ਰਤਾਪ ਤੁਹਾਰਾ। ਜਨਮ ਨੂੰ ਵੇਖ, ਧਿਆਨ ਨਾਲ ਵੇਖ ਲਵੇਂ ਤੇ ਜੀਵਨ ਤੇਰਾ ਸਹੀ ਰਸਤੇ ਤੇ ਆ ਸਕਦਾ। ਸੁਚੇਤ ਹੋ ਜਾ। ਉਸ ਮਾਲਕ ਨੇ ਇਸ ਪਾਣੀ ਤੇ ਜੰਤੂ ਘਰਿਆ, ਮਾਟੀ ਕਾਲੇ ਦਿਉਰਾ ਕਰਿਆ, ਉਕਤ ਜੋਤ ਲੈ ਸੁਰਤ ਪਰੀਖਿਆ, ਮਾਤ ਗਰਮ ਮੈਂ ਜੰਤੂ ਰਾਖਿਆ। ਉਸ ਨੂੰ ਕਿਉਂ ਨਹੀਂ ਯਾਦ ਕਰਦਾ? ਤੇਰੀ ਹਸਤੀ ਕੀ ਸੀ? ਮਾਤਾ ਦੇ ਗਰਭ ਵਿੱਚ ਤੈਨੂੰ ਨਾ ਰੱਖਦਾ ਤੂੰ ਕਿਵੇਂ ਬਚਦਾ? ਇੱਕ ਵਾਰ ਮੈਡੀਕਲ ਸਾਇੰਸ ਪੜ੍ਹਾਉਣ ਵਾਲੇ ਪ੍ਰੋਫੈਸਰ, ਉਸਨੇ ਬੜੀ ਸੁੰਦਰ ਗੱਲ ਕਹੀ। ਮਿਲਣ ਵਾਸਤੇ ਆਏ ਤੇ ਵਿਆਖਿਆ ਐਸੀ ਚੱਲ ਰਹੀ ਸੀ, ਸੁਣੀ ਹੋਏਗੀ। ਕਹਿਣ ਲੱਗਾ, ਗਿਆਨੀ ਜੀ ਉਸ ਕੁਦਰਤ ਨੂੰ ਵੇਖ ਕੇ ਹੈਰਾਨ ਹੋ ਜਾਣੇ। ਸਾਇੰਸ ਪੜ੍ਹਿਆ ਮੈਂ, ਪਰ ਸਾਇੰਸ ਸਾਡੀ ਜਿੰਨੇ ਕੁ ਨਿਯਮ ਹੱਥ ਵਿੱਚ ਆਏ ਹੋ, ਪਰ ਉਹਦੀ ਮਾਲਕ ਦੀ ਕੁਦਰਤ ਤੇ ਬੇਅੰਤ ਹੈ ਨਾ, ਉਹਦਾ ਕੋਈ ਅੰਤ ਨਹੀਂ। ਜਿਹੜੀ ਉਹਨੇ ਗੱਲ ਕਹੀ, ਬੜਾ ਧਿਆਨ ਦਿਓ ਉਸ ਪਾਸੇ। ਉਹ ਕਹਿੰਦਾ ਸਾਡੇ ਸਰੀਰ 'ਚ ਜਠਰਾ ਅਗਨੀ ਹੈ, ਸਭ ਕੁਝ ਭਸਮ ਕਰੀ ਜਾਂਦੀ ਹੈ ਜੋ ਖਾਣੇ ਆ। ਜਠਰ ਅਗਨੀ ਇੰਨੀ ਤੇਜ਼ ਦੌੜਦੀ ਹੈ, ਸਿਰ ਤੋਂ ਪੈਰਾਂ ਤੱਕ ਕ੍ਰਾਸ ਕਰ ਰਹੀ ਹੈ ਇੱਧਰ ਉੱਧਰ। ਉਹ ਕਹਿੰਦਾ ਜਿੱਥੇ ਮਾਤਾ ਦੇ ਗਰਭ ਵਿੱਚ ਬੱਚਾ, ਮਾਲਕ ਦੀ ਕੁਦਰਤ ਤਨ ਪਾਸਿਓਂ ਹੋ ਕੇ ਨਿਕਲ ਜਾਂਦੀ ਹੈ, ਕ੍ਰਾਸ ਨਹੀਂ ਕਰਦੀ, ਉੱਥੇ ਨਹੀਂ ਜਾਂਦੀ। ਤਾਂ ਹੀ ਕਿਹਾ ਸੀ ਕਿ ਤੈਨੂੰ ਵੇਖ, ਮਾਤਾ ਦੇ ਗਰਭ ਵਿੱਚ ਮਾਤ ਗਰਮ ਮੈਂ ਆਪਣ ਸਿਮਰਨ ਦੇ, ਤਹਿ ਤੁਮ ਰਾਖਣ ਹਾਰੇ। ਪਾਵਕ ਸਾਗਰ ਅਥਾਹ ਲਹਿਰ ਮਹਿ ਤਹਰ ਉਤਾਰਨ ਹਾਰੇ। ਮਾਧੋ ਤੂੰ ਠਾਕਰ ਸਿਰ ਮੇਰਾ ਮੋਰਾ, ਇਹਾਂ ਉਹਾਂ ਤੁਹਾਰੋ ਤੋਰਾ। ਇੱਕ ਬਚਨ ਹੈ ਸਤਿਗੁਰਾਂ ਦਾ, ਰਕਤ ਬਿੰਦ ਕਰ ਨਿਮਿਆ ਅਗਨ ਉਦਰ ਮਝਾਰ, ਉਰਦ ਮੁਖ ਕੋ ਚੀਲ ਬਿਕਲ ਨਰਕ ਘੋਰ ਗੁਬਾਰ। ਹਰ ਸਿਮਰਤ ਤੂੰ ਨਾ ਜਲ। ਰੱਬ ਨੂੰ ਸਿਮਰਦਿਆਂ ਤੂੰ ਸੜਦਾ ਨਹੀਂ। ਮਨ ਤਨੇ ਉਰਧਾਰ, ਬਿਖਮ ਥਾਨੋ ਜਿਸ ਰੱਖਿਆ ਤਿਸ ਤਿਲ ਨਾ ਬਿਸਾਰ। ਪ੍ਰਭ ਬਿਸਰਤ ਸੁਖ ਕਦੇ ਨਾਹੀਂ, ਜਾਸਾਂ ਜਨਮ ਹਾਰ। ਕਾਚ ਕੋਟੰ, ਕੱਚਾ ਜਿਹਾ ਕਿਲਾ ਹੈ ਤੇਰਾ ਸ਼ਰੀਰ, ਕਹਾਂ ਬਸਾਸਾ ਇਸ ਪਾਂਡੇ ਕਾ ਇਤਨਾ ਕ ਲਾਗੇ ਠਨਕਾ। ਕਾਚ ਕੋਟੰ ਰਚੰਤ ਤੋਯੰ, ਤੋਏ ਪਾਣੀ, ਤੇਰੀ ਰਚਨਾ ਪਾਣੀ ਦੀ ਬੂੰਦ ਤੋਂ ਹੋਈ। ਕਾਚ ਕੋਟੰ ਰਚੰਤ ਤੋਯੰ, ਤੇ ਲੇਪਣ ਕਿਹੜਾ ਦੇ ਕੀਤਾ? ਰਕਤ ਚਰਮ ਨੇ, ਖੂਨ ਚੰਮਦਾ ਤੈਨੂੰ ਲੇਪਣ ਕੀਤਾ। ਨਵੰਤ ਦਵਾਰੰ ਭੀਤ ਰਹਿਤੰ, 9 ਦਵਾਰੇ ਨੇ ਤੇ ਖਿੜਕੀਆਂ ਬਾਰੀਆਂ ਕੋਈ ਨਹੀਂ ਖੁੱਲੇ। ਨਵੰਤ ਦਵਾਰੰ ਭੀਤ ਰਹਿਤੰ, ਬਾਏ ਰੂਪ ਅਸਥੰਭਣੇ। ਇੱਕ ਗੱਲ ਹੋਰ, ਆ ਥੰਮ ਇੱਥੇ ਤੇ ਬਹੁਤ ਵੱਡੇ ਵੱਡੇ ਨੇ, ਤੈਨੂੰ ਥੰਮ ਕਿਹੜਾ? ਸਵਾਸਾਂ ਦਾ। ਜਲ ਕੇ ਭੇਤ, ਪਾਣੀ ਦੀ ਕੰਧ। ਪਵਨ ਕਾ ਥੰਬਾ, ਥੰਬਾ ਪਾਣੀ ਦਾ। ਗਾਰਾ ਕਿਹੜਾ? ਰਕਤ ਬੁੰਦ ਕਾ ਗਾਰਾ। ਹਾੜ ਮਾਸ ਨਾੜੀ ਕੋ ਪਿੰਜਰ ਪੰਖੀ ਬਸੇ ਵਿਚਾਰਾ। ਯਕੀਨ ਜਾਨਣਾ, ਬੰਦਾ ਕਿਰਤ ਘਨ ਨਾ ਹੋਵੇ। ਸਵਾਸ ਜਿਹੜੇ ਰੱਬ ਦੇ ਰਿਹਾ, ਕਦੇ ਇੱਕ ਇੱਕ ਸਵਾਸ ਨੂੰ ਵੇਖੇ ਤੇ ਸਵਾਸ ਸਵਾਸ ਉਸ ਦਾ ਧੰਨਵਾਦ ਕਰੇ। ਸਮਝੇ ਆ ਜਿਹੜਾ ਗਿਆ ਹੁਣ ਜ਼ਰੂਰੀ ਨਹੀਂ ਵਾਪਸ ਆਏਗਾ, ਤੇ ਨਾ ਆਇਆ ਤੇ ਮੇਰਾ ਜੀਵਨ ਕੋਈ ਨਹੀਂ। ਬੜੀ ਅਮੁੱਲ ਦਾਤ ਹੈ ਉਸ ਦਾ ਦਿੱਤਾ ਸਮਾਂ, ਉਸ ਦੀ ਦਿੱਤੀ ਹੋਈ ਉਮਰ, ਉਸ ਦਾ ਦਿੱਤਾ ਹੋਇਆ ਸਰੀਰ, ਪਰ ਸਭ ਤੋਂ ਵੱਡੀ ਅਮੁੱਲ ਦਾਤ ਹੈ ਸਮਾਂ। ਸਮਾਪਤੀ ਕਰੀਏ। ਰੱਬ ਨੇ ਖੁਸ਼ੀ ਤੇ ਦੇ ਦਿੱਤੀ, ਤੇ ਜੇਕਰ ਵੇਖਣ ਦਾ ਸਮਾਂ ਹੀ ਨਾ ਦਿੱਤਾ ਤੇ ਖੁਸ਼ੀ ਕੀ ਕਰੇਗੀ? ਪੁੱਤਰ ਦਾ ਵਿਆਹ ਰੱਖਿਆ, ਬਰਾਤ ਤਿਆਰ ਹੋਈ, ਪਰ ਆਪ ਚੜ੍ਹਾਈ ਕਰ ਗਏ। ਮਕਾਨ ਸੋਹਣਾ ਬਣਾ ਲਿਆ, ਜਿਸ ਦਿਨ ਵਸੋਂ ਕਰਨੀ ਸੀ ਚੜ੍ਹਾਈ ਕਰ ਗਏ। ਹਮਾਯੂ ਬਾਦਸ਼ਾਹ ਦਾ ਜਨਮ ਦਿਨ ਮਨਾਉਣਾ ਸੀ। ਹਮਾਰਾ ਹੈਰਾਨ ਹੋ ਕੇ ਸੁਣ ਕੇ,
उतर रहा पौड़ियां, गिरिया, खोपरी टुट गई, मर गया बादशाह, हद हो गई, जन्मदिन मनाना। लेकिन ये ऐसा हुंदा बंदे सुचेत हो, जीवन का भरोसा नहीं। गुरु साहब जी कहते ने तेन मैं माता का गर्भ याद कराया, सुचेत हो जाए। जे तू रब का सिमरन करेगा तो रब सारियां विच है, फिर किसी का बुरा नहीं करेगा। हुणे ज्ञानी जी ने सुनाया तुहानू किन्ने जुल्म होए कि कीता गया। मैं ते समझदा कि गुलिस्तान को लहू की जरूरत पड़ी, सबसे पहले ही गर्दन हमारी कटी। फिर भी कहते हैं मुझको ये अहले चमन, ये चमन है हमारा तुम्हारा नहीं। नहीं, सिख नूं वेखना नेड़ियों हो के वेखो। सिख सरबत दा भला मंगण वाला, गुरु ने भला सिखाया, सिख नूं सुचेत कीता। रब सारियां दा है भाई, सारियां दे नाल रल के चलना, सारियां दा भला करना है। गुरु बख्शिश करे ये होवेगा तां जीवन प्रति सुचेत होइए। जीवन की कदर कीमत तां ही पै सकेगी बंदा सुचेत होवे। ये पहले पैर की व्याख्या अज कीती। दूजा पैर किहड़ा 9 तो 12 तक वो है बचपना, उसकी विचार कल होएगी। माता के गर्भ विच से विचार अज हो गई। दूसरी बचपना, अगे तीसरा जवानी, फिर बुढ़ापा। ये रोजाना ये प्रसंग चलेगा।